ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਸਮਾਗਮ ਦਿਖਾ ਰਹੇ ਹਾਂ। ਅੱਜ ਜਰਨੈਲ ਆਰਟਸ ਅਕੈਡਮੀ ਸਰੀ ਦੇ ਵਿੱਚ ਜਿੱਥੇ ਇੱਕ ਸਮਾਗਮ ਹੋਇਆ। ਸਰਦਾਰ ਹਰਭਜਨ ਸਿੰਘ ਬੈਂਸ ਪੰਜਾਬੀ ਦੇ ਬਹੁਤ ਉਸਤਾਦ ਗਜ਼ਲਗੋ, ਉਸਤਾਦ ਸ਼ਾਇਰ, ਲੰਬਾ ਸਮਾਂ ਉਹਨਾਂ ਨੇ ਲਿਖਿਆ। ਉਹਨਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ, ਤੁਸੀਂ ਸਾਰੇ ਜਾਣਦੇ ਹੋ। ਉਹਨਾਂ ਦੀ ਯਾਦ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਗੁਰਦੀਪ ਆਰਟਸ ਅਕੈਡਮੀ, ਜਰਨੈਲ ਆਰਟ ਅਕੈਡਮੀ ਸਰੀ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਉਹ ਸਮਾਗਮ ਦੀਆਂ ਝਲਕੀਆਂ ਦਿਖਾ ਰਹੇ ਹਾਂ। ਅੱਜ ਇੱਕ ਬੜੇ ਹੀ ਸੋਗਮਈ ਮਾਹੌਲ ਦੇ ਵਿੱਚ ਆਪਾਂ ਸਾਰੇ ਇਕੱਤਰ ਹਾਂ ਅਤੇ ਖਾਸ ਕਰ ਇੱਕ ਉਸ ਮੌਕੇ 'ਤੇ ਜਦੋਂ ਪ੍ਰਵਾਸ ਦੇ ਵਿੱਚ ਨਹੀਂ, ਵਿਦੇਸ਼ਾਂ ਦੀ ਧਰਤੀ 'ਤੇ ਨਹੀਂ, ਓਵਰਆਲ ਪੰਜਾਬੀ ਸਾਹਿਤ ਜਗਤ ਦੇ ਵਿੱਚ ਇੱਕ ਐਸੀ ਸ਼ਖਸੀਅਤ ਜਿਹੜੀ ਕਿ ਪੰਜਾਬੀ ਸਾਹਿਤ ਨੂੰ ਜਿਨ੍ਹਾਂ ਨੇ ਬੜਮੁੱਲੀਆਂ ਲਿਖਤਾਂ ਦਿੱਤੀਆਂ, ਖੁਦ ਆਪ ਸੰਘਰਸ਼ ਦਾ ਹਿੱਸਾ ਰਹੇ ਅਤੇ ਆਪਣੀਆਂ ਲਿਖਤਾਂ ਦੇ ਵਿੱਚ ਹਮੇਸ਼ਾ ਜਿਉਏ। ਆਪਣੀ ਉਮਰ ਦੀ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਲਿਖਣਾ ਨਹੀਂ ਛੱਡਿਆ। ਸਾਡੀ ਮੁਰਾਦ ਹੈ ਮਾਨਯੋਗ ਸਰਦਾਰ ਹਰਭਜਨ ਸਿੰਘ ਜੀ ਬੈਂਸ, ਜਿਹੜੇ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ। ਅੱਜ ਜਦੋਂ ਇਸ ਮੌਕੇ 'ਤੇ ਉਹਨਾਂ ਨੂੰ ਯਾਦ ਕਰਨ ਲਈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿੱਚ, ਜਿੱਥੇ ਕਿ ਵੱਖ-ਵੱਖ ਸਾਹਿਤਕ ਸੰਸਥਾਵਾਂ, ਮੀਡੀਆ ਸ਼ਖਸੀਅਤਾਂ ਉਹ ਹਾਜ਼ਰ ਨੇ, ਉੱਥੇ ਨਾਲ ਹੀ ਮੌਜੂਦਾ ਸਮੇਂ ਕੋਵਿਡ-19 ਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਕੁਝ ਇਹਤਿਆਤ ਵਰਤਿਆ ਗਿਆ ਹੈ। ਬਹੁਤ ਸਾਰੇ ਲੋਕਾਂ ਨੇ ਇੱਥੇ ਸ਼ਮੂਲੀਅਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਸੰਸਥਾ ਦੇ ਵਿੱਚੋਂ ਇੱਕ ਨੁਮਾਇੰਦਾ ਹੀ ਸ਼ਾਮਲ ਹੋਵੇ। ਦੂਸਰਾ ਇਹ ਹੈ ਕਿ ਇੱਕ ਡਿਸਟੈਂਸ ਜਿਹੜਾ ਹੈ, ਫਿਜ਼ੀਕਲ ਦੂਰੀ ਜਿਹੜੀ ਹੈ ਉਹ ਕਾਇਮ ਰੱਖੀ ਜਾਏ, ਜਿਹੜੀ ਕਿ ਸਾਡੇ ਵਾਸਤੇ ਵੀ ਸਾਰਿਆਂ ਵਾਸਤੇ ਜ਼ਰੂਰੀ ਹੈ। ਸੋ ਉਹਨਾਂ ਨਿਯਮਾਂ ਨੂੰ ਖਿਆਲ 'ਚ ਰੱਖਦਿਆਂ ਹੋਇਆਂ ਅੱਜ ਇਹ ਇਕੱਠ ਜਿਹੜਾ ਹੈ ਜਰਨੈਲ ਆਰਟ ਗੈਲਰੀ ਦੇ ਵਿੱਚ ਸਰੀ 'ਚ ਕੀਤਾ ਜਾ ਰਿਹਾ ਹੈ। ਅਤੇ ਇਸ ਤੋਂ ਪਹਿਲਾਂ ਕਿ ਗੱਲਬਾਤ ਸ਼ੁਰੂ ਕਰੀਏ, ਬੈਂਸ ਸਾਹਿਬ ਦੀ ਜੋ ਦੇਣ ਹੈ ਸਾਹਿਤਕ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀਆਂ ਲਿਖਤਾਂ ਇੱਥੇ ਜੋ ਮੌਜੂਦ, ਉਹਨਾਂ ਦੇ ਵਿੱਚੋਂ ਕੁਝ ਕਿਤਾਬਾਂ ਸਾਡੇ ਦਰਮਿਆਨ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਹਿਤ ਦੀ ਸਿਖਰਲੀ ਜਿਹੜੀ ਅਸੀਂ ਕਹਿ ਸਕਦੇ ਹਾਂ ਗਜ਼ਲ ਖੇਤਰ ਦੀ ਕਾਵਿ ਰਚਨਾ ਦੀ ਜਿਹੜੀ ਸਾਡੇ ਵਾਸਤੇ ਐਸੀ ਦੇਣ ਦਿੱਤੀ ਹੈ ਜਿਹੜੀ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀ। ਮਿੱਟੀ ਦੀ ਡਲੀ, ਕੱਲੀ ਨਾ ਕਲਮ ਸਮਝੋ, ਤਜੀ ਮੇਗਲੇ ਤਾਸੀਰ, ਅੰਤਰਨਾਦ, ਮਹਿਕ ਜਹੀ ਮੁਸਕਾਨ, ਅਤੇ ਇਸ ਤੋਂ ਇਲਾਵਾ ਹੋਰ 7 ਇਹ ਕਿਤਾਬਾਂ ਇਹ ਜਿਹੜੀਆਂ ਪ੍ਰਕਾਸ਼ਿਤ ਹੋਈਆਂ। ਇੱਕ ਉਹਨਾਂ ਦੀ ਸਮੂਹ ਸਾਹਿਤ ਰਚਨਾ ਜਿਹੜੀ ਹੈ, ਉਹਨਾਂ ਦੇ ਵਿੱਚੋਂ ਚੋਣਵੀਂ ਰਚਨਾ ਜਿਸ ਦੇ ਵਿੱਚ ਬੈਂਸ ਸਾਹਿਬ ਦੇ ਵਿਚਾਰਾਂ ਦੇ ਨਾਲ ਬਹੁਤ ਲੰਮੇ ਚਰਚੇ ਤੋਂ ਬਾਅਦ ਉਹਨਾਂ ਦੀਆਂ ਵੱਖ-ਵੱਖ ਜਿਹੜੀਆਂ ਗਜ਼ਲਾਂ ਇੱਕ ਥਾਂ 'ਤੇ ਰੱਖ ਕੇ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਸਨ। ਉਹਨਾਂ ਦੇ ਹੁੰਦਿਆਂ ਉਸ ਨੂੰ ਪ੍ਰਕਾਸ਼ ਕਰਨ ਦਾ ਉਦਮ ਸੀ ਸਾਡੇ ਸਤਿਕਾਰਯੋਗ ਭੁਪਿੰਦਰ ਸਿੰਘ ਮੱਲੀ, ਸਾਡੇ ਵਿਚਕਾਰ ਬੈਠੇ ਨੇ, ਸ਼ਬਨਮ ਜੀ, ਸਾਊਥ ਏਸ਼ੀਅਨ ਰਿਵਿਊ, ਸੁੱਚਾ ਸਿੰਘ ਦੀਪਕ, ਉਹਨਾਂ ਦੇ ਸਾਰੇ ਸਾਥੀ, ਇਸੇ ਦੇ ਨਾਲ ਹੀ ਵਿਰਾਸਤ ਫਾਊਂਡੇਸ਼ਨ, ਜੀਵੇ ਪੰਜਾਬ ਅਦਬੀ ਸੰਗਤ, ਲੋਕ ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ, ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਮੁੱਢਲੀ ਐਬਸਫੋਰਡ, ਖਾਸ ਕਰ ਵੈਨਕੂਵਰ ਵਿਚਾਰ ਮੰਚ ਜਿਨ੍ਹਾਂ ਨੇ ਅੱਜ ਇਹ ਸਾਨੂੰ ਮੰਚ ਮੁਹੱਈਆ ਕੀਤਾ, ਅਤੇ ਉਸ ਤੋਂ ਇਲਾਵਾ ਹੋਰ ਕੁਝ ਸੰਸਥਾਵਾਂ। ਚੜ੍ਹਦੀ ਕਲਾ ਅਖਬਾਰ ਦਾ ਮੈਂ ਖਾਸ ਜ਼ਿਕਰ ਕਰਨਾ ਚਾਹਾਂਗਾ ਕਿਉਂਕਿ ਇਸ ਅਖਬਾਰ ਦੇ ਉਹ ਸੰਪਾਦਕ ਵੀ ਰਹੇ ਅਤੇ ਉਸ ਟਾਈਮ ਦੇ ਵਿੱਚ ਸੰਪਾਦਕ ਸਨ ਜਦੋਂ ਬੜੇ ਹੀ ਤੱਤੀਆਂ ਹਵਾਵਾਂ ਵਗਦੀਆਂ ਅਤੇ ਬੜੇ ਮੁਸ਼ਕਿਲਾਂ ਦੇ ਦੌਰ ਦੇ ਵਿੱਚੋਂ ਇਹਨਾਂ ਅਖਬਾਰਾਂ ਦੀ ਅਗਵਾਈ ਸਾਂਭਣ ਲਈ ਕੋਈ ਤਿਆਰ ਨਹੀਂ ਸੀ। ਬੈਂਸ ਸਾਹਿਬ ਨੇ ਖੁਦ ਵੱਖ-ਵੱਖ ਥਾਵਾਂ 'ਤੇ ਪੰਜਾਬ ਦੀ ਧਰਤੀ ਤੋਂ ਲੈ ਕੇ ਉੱਤਰੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਅਤੇ ਫਿਰ ਜਾ ਕੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਆਲਾ ਕਿਸਮ ਦੇ ਜਿਹੜੇ ਲੇਖਕ ਨੇ, ਬੁੱਧੀਜੀਵੀ ਨੇ, ਚਿੰਤਕ ਨੇ, ਉਹਨਾਂ ਨਾਲ ਸਾਂਝ ਪਾਈ। ਅੱਜ ਸਵੇਰੇ ਲਾਹੌਰ ਤੋਂ ਵਿਸ਼ੇਸ਼ ਕਰ ਰਾਏ ਅਜ਼ੀਜ਼ੁੱਲਾ ਖਾਨ ਸਾਹਿਬ ਨੇ ਫ਼ੋਨ ਕਰਕੇ ਆਪਣੇ ਵੱਲੋਂ ਬੈਂਸ ਸਾਹਿਬ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਅਤੇ ਨਾਲ ਆਪਣੀ ਜੋ ਸਦਭਾਵਨਾ ਪ੍ਰਗਟਾਈ ਉਹਨਾਂ ਦੀ ਦੇਣ 'ਤੇ ਵੱਖ-ਵੱਖ ਜਿਹੜੀਆਂ ਉੱਥੋਂ ਦੀਆਂ ਸਾਹਿਤਕ ਜਥੇਬੰਦੀਆਂ ਉਹਨਾਂ ਵੱਲੋਂ ਵੀ ਸਾਂਝ ਪ੍ਰਗਟਾਈ। ਸੋ ਜਿਹੜੀ ਇਹ ਕਿਤਾਬ ਆਉਂਦੇ ਸਮੇਂ ਪ੍ਰਕਾਸ਼ਿਤ ਹੋਣੀ ਸੀ, ਬੇਸ਼ੱਕ ਕੁਝ ਸਮੇਂ ਲਈ
ਇਸ ਪ੍ਰੋਜੈਕਟ ਦੇ ਵਿੱਚ ਇਹ ਹਾਲਾਤ ਦੇ ਵਿੱਚ ਜ਼ਰੂਰ ਰੋਕ ਆਈ ਹੈ, ਪਰ ਜ਼ਰੂਰ ਪਬਲਿਸ਼ ਹੋਏਗੀ। ਉਸ ਦੇ ਵਿੱਚ ਬੈਂਸ ਸਾਹਿਬ ਦੀਆਂ ਸਾਰੀਆਂ ਲਿਖਤਾਂ ਉਹਨਾਂ ਨੂੰ ਚੋਣ ਕਰਕੇ ਪ੍ਰਕਾਸ਼ਿਤ ਕੀਤਾ ਜਾਏਗਾ। ਤਾਂ ਇਸ ਸਾਰੀ ਗੱਲ ਨੂੰ ਖਿਆਲ ਵਿੱਚ ਰੱਖਦਿਆਂ ਹੋਇਆਂ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਸੰਸਥਾਵਾਂ ਦੀ ਹੈ। ਭੈਣ ਜੀ ਸੁਖਵਿੰਦਰ ਕੌਰ ਬੈਂਸ, ਜਿਨ੍ਹਾਂ ਦਾ ਜਿੰਨਾ ਅਸੀਂ ਕਹੀਏ ਕਿ ਹਰੇਕ ਦਾ ਬੈਂਸ ਸਾਹਿਬ ਨਾਲ ਬਹੁਤ ਪਿਆਰ ਸੀ, ਪਰ ਇਹਨਾਂ ਨੇ ਬਚਪਨ ਤੋਂ ਲੈ ਕੇ ਇਹਨਾਂ ਦੇ ਪਿਤਾ ਜੀ ਅਤੇ ਉਹਨਾਂ ਦੇ ਨਾਲ ਬੈਂਸ ਸਾਹਿਬ ਦੀ ਜਿਹੜੀ ਸਾਂਝ ਸੀ, ਨਿੱਕੇ ਹੁੰਦਿਆਂ ਤੋਂ ਹਮੇਸ਼ਾ ਉਹਨਾਂ ਦੀ ਸੰਗਤ ਮਾਣੀ। ਅਤੇ ਇਹ ਕਹਿ ਰਹੇ ਸਨ ਕਿ ਮੈਨੂੰ ਆਪਣੇ ਪਿਤਾ ਜੀ ਦੇ ਪਿਛਲੇ ਸਮੇਂ ਵਿਛੋੜੇ ਦਾ ਜਿੰਨਾ ਦਰਦ ਸੀ, ਉਸ ਤੋਂ ਵੀ ਕਿਤੇ ਜੋ ਦਰਦ ਮਹਿਸੂਸ ਹੋਇਆ। ਸੋ ਇਹ ਉਸ ਸਾਰੀ ਰਚਨਾ ਦੇ ਪ੍ਰੂਫ ਰੀਡ ਦੇ ਵਿੱਚ ਬਹੁਤ ਸਹਿਯੋਗ ਦੇ ਰਹੇ ਨੇ, ਮੋਢੇ ਨਾਲ ਮੋਢਾ ਜੋੜ ਕੇ। ਹੋਰ ਬਹੁਤ ਸਾਰੇ ਲੇਖਕ ਨੇ, ਆਪ ਸਾਰਿਆਂ ਨੂੰ ਵੀ ਗੁਜ਼ਾਰਿਸ਼ ਹੈ ਜੋ ਵੀ ਤੁਸੀਂ ਲਿਖੋ ਜ਼ਰੂਰ ਉਸ ਸਪੁਰਦ ਕਰਨਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਬੈਂਸ ਸਾਹਿਬ ਦੇ ਨਿਮਿਤ ਜੋ ਇਹ ਅੱਜ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਜਰਨੈਲ ਆਰਟ ਗੈਲਰੀ 'ਚ ਗੁਰਦੀਪ ਸਿੰਘ ਭੁੱਲਰ ਅਤੇ ਇਹਨਾਂ ਦੇ ਸਾਰੇ ਜੋ ਸਮੂਹ ਸਾਥੀ ਨੇ, ਮੈਂ ਜਰਨੈਲ ਸਿੰਘ ਚਿੱਤਰਕਾਰ ਹੋਰਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਉਣ, ਆ ਕੇ ਆਰੰਭਤਾ ਦੇ ਸ਼ਬਦ ਸਾਂਝੇ ਕਰਨ ਅਤੇ ਨਾਲ ਹੀ ਜਿਹੜੀਆਂ ਸ਼ਖਸੀਅਤਾਂ ਵੀ ਸ਼ਾਮਲ ਹੋਣਗੀਆਂ। ਹਾਲਾਂਕਿ ਇਸ ਪ੍ਰੋਗਰਾਮ ਨੂੰ ਸੀਮਿਤ ਰੱਖਿਆ ਗਿਆ, ਪਰੰਤੂ ਆਪਣੇ ਵਿਚਾਰ ਤੁਸੀਂ ਵਲਵਲੇ ਜੋ ਦਿਓ, ਸਮੇਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ, ਕਿਉਂਕਿ ਲਾਈਵ ਪ੍ਰਸਾਰਨ ਹੈ, ਉਸ ਨੂੰ ਪ੍ਰੋਟੋਕਾਲ ਨੂੰ ਅਸੀਂ ਕੰਟੀਨਿਊਟੀ ਦੇ ਵਿੱਚ ਰੱਖਣਾ ਤਾਂ ਕਿ ਗੱਲ ਨੂੰ ਬ੍ਰੇਕ ਨਾ ਹੋਵੇ। ਸੋ ਆਰੰਭ ਦੇ ਵਿੱਚ ਜਰਨੈਲ ਸਿੰਘ ਜੀ ਆਉਣਗੇ ਅਤੇ ਆ ਕੇ ਆਪਣੇ ਵਿਚਾਰ ਬੈਂਸ ਸਾਹਿਬ ਨੂੰ ਅੱਜ ਨੂੰ ਜੋ ਸਮਰਪਿਤ ਪ੍ਰੋਗਰਾਮ ਹੈ ਉਸ ਦੇ ਵਿੱਚ ਸਾਂਝੇ ਕਰਨਗੇ। ਜਰਨੈਲ ਸਿੰਘ ਜੀ। ਸੋ ਆਪ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਵੀ ਪਿੱਛੇ ਸਜਦੇ ਹੋ ਆ ਕੇ ਬੈਠ ਸਕਦੇ ਹੋ। ਪਿਆਰੇ ਦੋਸਤੋ, ਅੱਜ ਆਪਾਂ ਬੈਂਸ ਸਾਹਿਬ ਦੀ ਯਾਦ ਵਿੱਚ ਇਕੱਠੇ ਹੋਏ ਆ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਾਡੇ ਆਰਟ ਗੈਲਰੀ ਦੇ ਵਿੱਚ ਜੀ ਆਇਆਂ ਕਹਿੰਦਾ ਹਾਂ। ਬੈਂਸ ਸਾਹਿਬ ਨਾਲ ਸਮੇਂ-ਸਮੇਂ ਮਿਲਣ ਦਾ ਮੌਕਾ ਮਿਲਦਾ ਰਿਹਾ ਅਤੇ ਬਹੁਤ ਹੀ ਪੁਰਖਲੂਸ ਔਰ ਹਸਮੁਖ ਸੁਭਾਅ ਦੇ ਮਾਲਕ ਸੀ ਔਰ ਗਜ਼ਲ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਹੈ। ਔਰ ਮੈਨੂੰ ਤਾਂ ਉਹਨਾਂ ਦੀ ਜਿਹੜੀ ਸਭ ਤੋਂ ਮਸ਼ਹੂਰ ਔਰ ਕਲਾਸਿਕ ਰਚਨਾ ਹੈ, ਐਵਰਗ੍ਰੀਨ ਰਚਨਾ ਹੈ, ਤੇਰੇ ਜਾਣ ਮਗਰੋਂ। ਮੈਂ ਸਮਝਦਾ ਕਿ ਜੇ ਉਹਨਾਂ ਨੇ ਸਿਰਫ ਇੱਕੋ ਹੀ ਉਹ ਰਚਨਾ ਰਚੀ ਹੁੰਦੀ ਅਤੇ ਹੋਰ ਕੁਛ ਵੀ ਇੱਕ ਅੱਖਰ ਵੀ ਹੋਰ ਨਾ ਲਿਖਿਆ ਹੁੰਦਾ ਤਾਂ ਉਹਦੇ ਕਰਕੇ ਹੀ ਉਹਨਾਂ ਦਾ ਨਾਂ ਗਜ਼ਲ ਦੇ ਖੇਤਰ ਦੇ ਵਿੱਚ, ਸਾਹਿਤ ਦੇ ਖੇਤਰ ਦੇ ਵਿੱਚ ਰਹਿ ਜਾਣਾ ਸੀਗਾ। ਪਿਛਲੇ ਸਾਲ ਹੀ ਉਹਨਾਂ ਨੂੰ ਅਸੀਂ ਉੱਥੇ ਉਹਨਾਂ ਦੇ ਪਿੰਡ ਉਕਾਨਾਗਨ ਜਾ ਕੇ ਮਿਲ ਕੇ ਆਏ ਔਰ ਉਦੋਂ ਵੀ ਉਹਨਾਂ ਨੇ ਉਹੀ ਰਚਨਾ ਉੱਥੇ ਸੁਣਾਈ ਔਰ ਗਾ ਕੇ ਸੁਣਾਈ ਔਰ ਬੜਾ ਉਹਨਾਂ ਨੂੰ ਗਜ਼ਲ ਦੇ ਨਾਲ ਨਾਲ ਸੰਗੀਤ ਦੀ ਵੀ ਪੂਰੀ ਸਮਝ ਸੀਗੀ। ਅਤੇ ਇਹਨਾਂ ਸ਼ਬਦਾਂ ਨਾਲ ਮੈਂ ਆਪ ਨੂੰ ਫੇਰ ਇੱਥੇ ਜੀ ਆਇਆਂ ਕਹਿੰਦਾ ਅਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਮੈਂ ਪ੍ਰਤੀਬੱਧਤਾ ਪ੍ਰਗਟਾਉਂਦਾ ਕਿ ਵਿਚਾਰ ਮੰਚ ਜਿਹੜਾ ਹੈ ਗੁਰੂ ਸਾਹਿਬ ਦੀ ਸਾਨੂੰ ਬਖਸ਼ੀ ਗੋਸ਼ਟੀ ਦੀ ਪਰੰਪਰਾ ਆ, ਉਹਨੂੰ ਸਮਰਪਿਤ ਆ, ਉਹਦੇ 'ਤੇ ਵਚਨਬੱਧ ਆ ਔਰ ਸਾਡੇ ਇੱਥੇ ਸ਼ੁਰੂ ਤੋਂ ਹੀ ਹਰ ਵਿਚਾਰਧਾਰਾ ਖੱਬੇ ਸੱਜੇ ਚਾਲੜੇ ਜੋ ਵੀ ਆਉਂਦੇ ਨੇ ਉਹ ਇੱਥੇ ਆ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਨੇ। ਅਤੇ ਤੁਸੀਂ ਵੀ ਅੱਜ ਇੱਥੇ ਆਏ ਹੋ, ਆਪਾਂ ਬੈਂਸ ਸਾਹਿਬ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ। ਧੰਨਵਾਦ। ਬਹੁਤ ਸ਼ੁਕਰੀਆ ਸਰਦਾਰ ਜਰਨੈਲ ਸਿੰਘ ਜੀ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਬੈਂਸ ਸਾਹਿਬ ਦੀ ਵੈਸੇ ਤਾਂ ਹਰ ਲਿਖਤ ਹੀ ਕਮਾਲ ਦੀ ਸੀ, ਇੱਕ ਤੋਂ ਇੱਕ ਵੱਧ ਕੇ। ਜੇ ਅਸੀਂ ਉਹਨਾਂ ਲਿਖਤਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਇਹਨਾਂ ਕਿਤਾਬਾਂ ਦੇ ਵਿੱਚ ਜਦੋਂ ਉਹਨਾਂ ਨੂੰ ਚੁਣ ਕੇ ਪ੍ਰਕਾਸ਼ਿਤ ਕਰਨ ਦੇ ਵਾਸਤੇ ਪੜ੍ਹ ਰਹੇ ਸੀ, ਚੋਣ ਕਰ ਰਹੇ ਸੀ, ਇੰਨੀਆਂ ਕੁ ਵੰਨਗੀਆਂ ਨੇ ਉਹਨਾਂ ਦੀਆਂ। ਪੰਜਾਬ ਦੀ ਧਰਤੀ 'ਤੇ ਹਰਿਆਵਲ ਕੁਦਰਤ ਨੂੰ ਚੁਣੌਤੀਆਂ, ਪੰਜਾਬ ਦੇ ਵਿੱਚ ਜਿਸ ਕਿਸਮ ਦਾ ਵਿੱਦਿਅਕ ਢਾਂਚਾ ਹੈ ਉਸ ਦੀਆਂ ਚੁਣੌਤੀਆਂ, ਇਸ ਦੇ ਨਾਲ ਕੈਨੇਡਾ ਦੀ ਵੰਨ-ਸੁਵੰਨਤਾ, ਇਸ ਦੀ ਖੂਬਸੂਰਤੀ, ਅਮਰੀਕਾ ਦੀ ਜਿੱਥੇ ਉਹ ਰਹਿੰਦੇ ਨੇ ਉਹ ਹਰਿਆਵਲ, ਉਹ ਖੂਬਸੂਰਤ ਦਾਇਰਾ, ਪਰ ਨਾਲ ਜੋ ਸਮੇਂ ਦਾ ਸੱਚ ਸੀ ਉਹਨਾਂ ਨੇ ਬਹੁਤ ਨਿੱਠ ਕੇ ਲਿਖਿਆ। ਇਸੇ ਕਾਰਨ ਹੀ ਇਹ ਜਿਹੜੀ ਰਚਨਾ ਜਿਸ ਨੂੰ ਬੜਾ ਮਕਬੂਲ, ਉਹਨਾਂ ਦੀ ਲਿਖਤ ਨੂੰ ਸ਼ਾਹਕਾਰ ਗਿਣਿਆ ਜਾਂਦਾ, ਉਹਦੇ ਵਿੱਚ ਕੁਝ ਸ਼ਬਦ ਇਸ ਤਰ੍ਹਾਂ ਕਿ ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਤੂੰ ਆਵੇਂ ਤਾਂ ਨਹਿਰਾਂ ਚੁਰਾਇਆਂ ਨੇ ਦੱਸਣਾ ਕੀ ਕੀ ਹੈ ਹੋਇਆ ਤੇਰੇ ਜਾਣ ਮਗਰੋਂ।
ਇਹ ਗਲੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ, ਤੇ ਥੜਿਆਂ ਦੀ ਰੌਣਕ ਨੂੰ ਡਸ ਗਈ ਉਦਾਸੀ। ਇਹ ਗਲੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ, ਤੇ ਥੜਿਆਂ ਦੀ ਰੌਣਕ ਨੂੰ ਡਸ ਗਈ ਉਦਾਸੀ। ਇਹ ਦਿਲ ਜੋ ਰਿਹਾ ਹੈ ਸਦਾ ਗੁਣਗੁਣਾਉਂਦਾ, ਸੁਬਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ। ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ। ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਜਦੋਂ ਸਾਜ ਸੋਇਆ, ਜਦੋਂ ਸਾਜ ਛੋਇਆ ਤੇਰੇ ਜਾਣ ਮਗਰੋਂ। ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਤੇ ਸੁੱਕ ਗਏ ਬਰੋਟੇ ਤੇਰੀ ਦੀਦ ਬਾਝੋਂ, ਤੇ ਸੁੱਕ ਗਏ ਬਰੋਟੇ ਤੇਰੀ ਦੀਦ ਬਾਝੋਂ। ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜ ਕੱਲ੍ਹ, ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜ ਕੱਲ੍ਹ, ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ। ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ। ਇਹ ਅਮਨਾਂ ਦੇ ਰਾਖੇ, ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ। ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਤੇ ਕੰਜਕਾਂ ਨੂੰ ਕੋਇਆ ਤੇਰੇ ਜਾਣ ਮਗਰੋਂ, ਕੰਜਕਾਂ ਨੂੰ ਕੋਇਆ ਤੇਰੇ ਜਾਣ ਮਗਰੋਂ। ਹੈ ਮਾਤਾ ਵਿਚਾਰੀ ਤਾਂ ਮੰਜੇ ਨੂੰ ਲੱਗ ਗਈ, ਹੈ ਮਾਤਾ ਵਿਚਾਰੀ ਤਾਂ ਮੰਜੇ ਨੂੰ ਲੱਗ ਗਈ, ਤੇ ਭੈਣਾਂ ਭਰਾਵਾਂ ਨੇ ਲੈ ਲਏ ਨੇ ਹੌਕੇ। ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ। ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ, ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ। ਖੁਸ਼ੀ ਹੈ ਤੇਰਾ ਲਾਲ ਤੇਰੇ ਹੀ ਵਾਂਗੂ, ਖੁਸ਼ੀ ਹੈ ਤੇਰਾ ਲਾਲ ਤੇਰੇ ਹੀ ਵਾਂਗੂ। ਹੱਕ ਤੇ ਨਿਆਂ ਲਈ ਹੈ ਬੇਚੈਨ ਫਿਰਦਾ, ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ। ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ, ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤਾਂ ਨਹਿਰਾਂ ਚੁਰਾਇਆਂ ਨੇ ਦੱਸਣਾ, ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਇਹ ਰਚਨਾ ਉਹਨਾਂ ਦੀ ਸਮੁੱਚੀ ਕਾਵ ਰਚਨਾ ਦਾ ਬਿੰਬ ਹੀ ਹੈ, ਪ੍ਰਤੀਕ ਹੈ, ਅਤੇ ਉਸ ਦੇ ਨਾਲ ਹਾਲਾਤ ਨੂੰ ਬਿਆਨ ਕਰਦੇ, ਸੱਚ ਨੂੰ, ਜੋ ਸਮੇਂ ਦਾ ਸੱਚ ਸੀ, ਸੱਚ ਸੁਣਾਏ ਸੀ, ਸੱਚ ਕੀ ਬੇਲਾ, ਉਸ ਨੂੰ ਬਿਆਨ ਕਰਦੀ ਹੈ। ਭੁਪਿੰਦਰ ਸਿੰਘ ਮੱਲੀ ਜੀ, ਜਿਹੜੇ ਕਿ ਪਿਛਲੇ ਲਗਾਤਾਰ ਸਮੇਂ ਤੋਂ ਬੈਂਸ ਸਾਹਿਬ ਦੇ ਨਾਲ ਸੰਪਰਕ 'ਚ ਇਹਨਾਂ ਕਾਰਜਾਂ ਨੂੰ ਸਮਰਪਿਤ ਸੇਵਾਵਾਂ ਨਿਭਾ ਰਹੇ ਸਨ। ਹਾਲਾਂਕਿ ਪਿਛਲੇ ਦਿਨੀ ਇਹ ਖੁਦ ਵੀ ਕਾਫੀ ਸਿਹਤ ਦੇ ਇਸ ਸੰਘਰਸ਼ ਦੇ ਦੌਰ ਦੇ ਵਿੱਚੋਂ ਦੀ ਲੰਘੇ ਨੇ। ਇਹਨਾਂ ਦੀ ਸਿਹਤਯਾਬੀ ਲਈ ਅਸੀਂ ਕਾਮਨਾ ਕਰਦੇ ਹਾਂ। ਮੈਂ ਗੁਜ਼ਾਰਿਸ਼ ਕਰਾਂਗਾ ਮੱਲੀ ਸਾਹਿਬ ਨੂੰ ਉਹ ਆਉਣ ਅਤੇ ਆ ਕੇ ਚੰਦ ਸ਼ਬਦ ਸਾਂਝੇ ਕਰਨ। ਇਸ ਦੇ ਨਾਲ ਹੀ ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ ਦੇ ਭੈਣ ਜੀ ਸੁਖਵਿੰਦਰ ਕੌਰ ਬੈਂਸ ਜੀ ਫਿਰ ਤਿਆਰ ਰਹਿਣ। ਬਹੁਤ ਸਾਰੀਆਂ ਸ਼ਖਸੀਅਤਾਂ ਜਿੱਥੇ ਮੌਜੂਦ ਨੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਿਤਪਾਲ ਸਿੰਘ ਗਿੱਲ ਜੀ ਵੀ ਆ ਚੁੱਕੇ ਨੇ। ਸੋ ਆਓ ਜੀ ਮੱਲੀ ਸਾਹਿਬ। ਗੁਣਵੰਤੇ ਪੰਜਾਬੀ ਸੱਜਣੋ, ਪੰਜਾਬੀ ਪਿਆਰਿਓ, ਆਪਾਂ ਅੱਜ ਪੰਜਾਬੀ ਕੌਮ ਦੇ ਇੱਕ ਬਹੁਤ ਵੱਡੇ ਸਾਹਿਤਕਾਰ, ਬਹੁਤ ਵੱਡੇ ਸ਼ਾਇਰ ਸਰਦਾਰ ਹਰਭਜਨ ਸਿੰਘ ਬੈਂਸ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ। ਜਿਸ ਤਰ੍ਹਾਂ ਗੁਰਵਿੰਦਰ ਜੀ ਨੇ ਦੱਸਿਆ ਕਿ ਆਪਣੀਆਂ ਸਾਰਿਆਂ ਦੀਆਂ ਸਾਂਝਾਂ, ਜਦੋਂ ਵੀ ਕੋਈ ਪੰਜਾਬੀ ਪਿਆਰਾ ਉੱਠ ਕੇ ਕੋਈ ਗੱਲ ਕਰਦਾ ਹੈਗਾ ਤਾਂ ਸਾਡੀ ਜਿਹੜੀ ਸਾਂਝ ਉਸ ਨਾਲ ਬਣਨੀ ਕੁਦਰਤੀ ਹੈ, ਕਿਉਂਕਿ ਅਸੀਂ ਸਭ ਪੰਜਾਬੀ ਹਾਂ। ਸਾਨੂੰ ਸਭ ਨੂੰ ਪੰਜਾਬੀ ਜੋ ਸਾਡੇ ਤੌਖਲੇ ਨੇ ਉਹਨਾਂ ਨਾਲ ਸਾਨੂੰ ਪਿਆਰ ਹੈਗਾ। ਬੈਂਸ ਸਾਹਿਬ ਦੀ ਜੋ ਦੇਣ ਹੈਗੀ ਆ ਉਹ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਮੌਜੂਦ ਹੈਗੀ ਆ। ਉਹ ਕੋਈ ਗੁੱਝੀ ਨਹੀਂ ਹੈਗੀ, ਸਾਰਿਆਂ ਦੇ ਉਹ ਜਗ ਜਾਰ ਹੈਗੀ ਆ, ਕਿਉਂਕਿ ਜਿਹੜੀਆਂ ਸਾਰੀਆਂ ਕਿਤਾਬਾਂ ਨੇ ਹੋਗੀਆਂ ਉਹਨਾਂ ਦੀ ਸੋਚ ਦਾ ਐਲਾਨ ਕਰਦੀਆਂ ਹੈਗੀਆਂ। ਬਹੁਤ ਘੱਟ ਸਾਡੇ ਪੰਜਾਬ ਦੇ ਵਿੱਚ, ਖਾਸ ਕਰ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈਗਾ, ਬਹੁਤ ਘੱਟ ਲਿਖਾਰੀ ਜਾਂ ਪੋਇਟ ਹੈਗੇ ਆ ਜਿਨ੍ਹਾਂ ਦੇ ਹਿੱਸੇ ਇਹ ਮਾਣ ਆਇਆ ਕਿ ਜਿਹੜੇ ਕਹਿ ਸਕਦੇ ਆ ਇਹ ਲੋਕਾਂ ਦੇ ਰਾਖੇ, ਇਹ ਅਮਨਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ। ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜ਼ਬਾਨੀ, ਤੇ ਕੰਜਕਾਂ ਨੂੰ ਕੋਇਆ ਤੇਰੇ ਜਾਣ ਮਗਰੋਂ। ਇਹ ਕੋਈ ਹਰ ਬੰਦਾ ਗੱਲ ਨਹੀਂ ਕਰ ਸਕਦਾ, ਕਿਉਂਕਿ
ਅੱਜ ਜੇ ਅਸੀਂ ਰਵੀਸ਼ ਨੂੰ ਪੜ੍ਹਦੇ ਹਾਂ, ਉਹਦੀ ਕਿਤਾਬ ਹੈਗੀ ਆ ਫਰੀ ਵੋਇਸ। ਉਹਦੇ ਵਿੱਚ ਉਹ ਸਾਰੀ ਨੇਸ਼ਨ ਨੂੰ ਮਤਲਬ ਕਹਿ ਰਿਹਾ ਵੀ ਤੂੰ ਕੁਛ ਬੋਲੋ ਤਾਂ ਸਹੀ, ਬੋਲ ਤਾਂ ਸਹੀ, ਕਿਉਂ ਤੁਸੀਂ ਆਪਣੀ ਆਵਾਜ਼ ਨੂੰ ਬੰਦ ਕਰਦੇ ਹੋ। ਸੋ ਬੈਂਸ ਸਾਹਿਬ ਨੇ ਜਿਹੜੀ ਵੀ ਉਹਨਾਂ ਦੀ ਰਚਨਾ ਹੈਗੀ ਆ, ਉਹਨੂੰ ਪੜ੍ਹ ਕੇ ਕਿ ਇੱਕ ਸਾਨੂੰ ਸੁਨੇਹਾ ਮਿਲਦਾ, ਉਹ ਸਾਨੂੰ ਝੰਜੋੜਦੀ ਹੈਗੀ ਆ। ਉਹਨਾਂ ਵਿੱਚ ਇਹ ਜੁਰਤ ਸੀਗੀ ਤਾਂ ਜਿਹਲੇ ਸਾਨੂੰ ਸਾਰਿਆਂ ਨੂੰ ਕਿ ਆਪਣੇ ਵਿੱਚ ਮਾਣ ਹੈਗਾ। ਜਦੋਂ ਅਸੀਂ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਜਲੰਧਰ ਵਿੱਚ ਕੀਤੀ ਤਾਂ ਉਹਨੇ ਸਾਨੂੰ ਇੱਕ 2 ਸ਼ਬਦ ਲਿਖ ਕੇ ਦਿੱਤੇ ਨੇ ਕਿ ਉਹ ਕਹਿੰਦੇ, ਜਾਗੋ ਕੇ ਬੂਟੇ ਸਾਂਭੀਏ ਲਾਏ ਜੋ ਰਾਮਾਂ ਵਾਸਤੇ, ਪਛੜੇ ਰਹੇ ਜੇ ਬੇਲਿਓ ਤਰਸਾਂਗੇ ਸ਼ਾਮਾਂ ਵਾਸਤੇ। ਜਿਹੜੀ ਉਹਨਾਂ ਦੀ ਉਹਨਾਂ ਦਾ ਸ਼ਬਦ ਸੀ, ਹਰ ਜਿਹੜੀ ਉਹਨਾਂ ਦੀ ਗੱਲ ਸੀਗੀ ਨਾ ਕਿ ਉਹ ਸਾਡੇ ਸਾਰਿਆਂ ਲਈ ਇੱਕ ਮਾਣ ਬਣ ਕੇ ਰਹਿ ਗਈ ਹੈਗੀ ਆ। ਇਹ ਸਾਨੂੰ ਬੜੇ ਅਫਸੋਸ ਦੀ ਗੱਲ ਆ ਕਿ ਜਿਹੜਾ ਉਹਨਾਂ ਦਾ ਐਡੀ ਜਲਦੀ ਤੁਰ ਜਾਣਾ। ਹਾਲੇ ਸਾਨੂੰ ਉਹਨਾਂ ਦੀ ਲੋੜ ਸੀਗੀ, ਅਸੀਂ ਹੋਰ ਉਹਨਾਂ ਤੋਂ ਅਗਵਾਈ ਲੈਂਦੇ, ਪਰ ਇਹ ਕੁਦਰਤ ਦਾ ਇੱਕ ਆਪਣਾ ਵਿਧਾਨ ਆ ਜਿਹਦੇ ਵਿੱਚ ਆਪਾਂ ਸਾਰੇ ਕੁਛ ਨਹੀਂ ਕਰ ਸਕਦੇ, ਪਰ ਉਹ ਸਾਡੇ ਵਿੱਚ ਹਮੇਸ਼ਾ ਜੀਵਤ ਰਹਿਣਗੇ। ਜਿਸ ਤਰ੍ਹਾਂ ਬਾਬਾ ਬੁੱਲੇ ਸ਼ਾਹ ਕਹਿੰਦਾ ਹੈਗਾ, ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਭ ਗੁਣੀਜਨ ਸੱਜਣਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਸ ਵੱਡੀ ਗਿਣਤੀ ਵਿੱਚ ਆਏ ਹੋ ਔਰ ਇਸ ਪੰਜਾਬੀ ਕੌਮ ਦੀ ਵੱਡੀ ਸ਼ਖਸੀਅਤ ਨੂੰ ਸ਼ਰਧਾਂਜਲੀ ਦੇ ਰਹੇ ਹੋ। ਤਾਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭ ਦਾ ਧੰਨਵਾਦ। ਬਹੁਤ ਸ਼ੁਕਰੀਆ ਮੱਲੀ ਸਾਹਿਬ। ਜਿਹੜੇ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ, ਜੋ ਬੈਂਸ ਸਾਹਿਬ ਦੀ ਚੋਣਵੀਂ ਰਚਨਾ ਹੈ, ਆਉਂਦੇ ਸਮੇਂ ਦੌਰਾਨ ਉਹ ਜ਼ਰੂਰ ਪਾਠਕਾਂ ਤੱਕ ਪਹੁੰਚੇਗੀ। ਪੰਜਾਬੀ ਸਾਹਿਤ ਜਗਤ ਲਈ ਬਹੁਤ ਵੱਡੀ ਦੇਣ ਹੋਏਗੀ। ਅਤੇ ਇਹ ਸੱਚ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਹਰ ਕੋਈ ਇਸ ਤਰ੍ਹਾਂ ਨਹੀਂ ਲਿਖਦਾ। ਮੈਂ ਕਈ ਵਾਰ ਦੇਖਦਾ ਵੀ ਹਾਂ, ਇਹ ਵਲਵਲੇ ਨੇ ਮਨ ਦੇ ਵਿੱਚ ਕਿ ਜਿੰਨੇ ਚੋਟੀ ਦੇ ਲੇਖਕ ਬੈਂਸ ਸਾਹਿਬ ਸਨ, ਤੁਸੀਂ ਸਾਰੇ ਦੱਸੋਗੇ ਆਪ ਆਪਣੇ ਸ਼ਬਦਾਂ 'ਚ, ਇਹਨਾਂ ਦੀ ਇੱਕ ਇੱਕ ਕਿਤਾਬ 'ਤੇ ਰਿਸਰਚ ਹੋ ਸਕਦੀ ਸੀ। ਇੱਕ ਇੱਕ ਕਿਤਾਬ 'ਤੇ ਐਮਫਿਲ ਦਾ ਥੀਸਿਸ ਲਿਖਿਆ ਜਾ ਸਕਦਾ ਸੀ। ਆਪਣੇ ਸਮੇਂ ਦੇ ਹਾਣੀ ਜਿਹੜੇ ਜਿੰਨੇ ਲੇਖਕ ਨੇ, ਅਤੇ ਅੱਜ ਇਸ ਗੱਲ ਨੂੰ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਮੈਨੂੰ ਕਿ ਕਿਉਂਕਿ ਇਹ ਜੋ ਪੰਜਾਬ ਦੀ ਸਿੱਖ ਜਵਾਨੀ 'ਤੇ ਹੋ ਰਹੇ ਤਸ਼ੱਦਦ ਨੂੰ ਵੋਕਲ ਪੱਧਰ 'ਤੇ ਬਿਆਨ ਕਰਦੇ ਸਨ, ਉਹਨਾਂ ਲੋਕਾਂ ਨੇ ਜਿਹੜੇ ਸਾਹਿਤਕ ਧਿਰਾਂ ਦੇ ਉੱਪਰ ਕਾਬਜ਼ ਨੇ, ਬੈਂਸ ਸਾਹਿਬ ਦੀ ਕਾਬਲੀਅਤ ਦੇ ਉਹਨਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਗਨੋਰ ਕੀਤਾ। ਇਹਨਾਂ ਦੀ ਸਮੁੱਚੀ ਕਾਵਿ ਰਚਨਾ 'ਤੇ PhD ਤੱਕ ਹੋ ਸਕਦੀ ਸੀ, ਰਿਸਰਚ ਹੋ ਸਕਦੀ ਸੀ, ਪਰ ਕਿਸੇ ਯੂਨੀਵਰਸਿਟੀ, ਕਿਸੇ ਸੰਸਥਾ ਨੇ ਇਹ ਕੰਮ ਨਹੀਂ ਕੀਤਾ ਕਿਉਂਕਿ ਇਹਨਾਂ ਦੇ ਅੰਦਰ ਉਹ ਜਿਹੜਾ ਜਜ਼ਬਾ ਸੀ ਜਿਹੜਾ ਕਿ ਸਰਕਾਰਾਂ ਨੂੰ, ਸਥਾਪਤੀਆਂ ਨੂੰ ਹਜਮ ਨਹੀਂ ਹੁੰਦਾ। ਇਹ ਇੱਕ ਦੁਖਦਾਈ ਗੱਲ ਹੈ। ਪਰ ਇਸ ਮੰਚ 'ਤੇ ਅੱਜ ਜਿੱਥੇ ਆਪਾਂ ਸਾਰੇ ਇਕੱਠੇ ਹਾਂ, ਇਹ ਫੈਸਲਾ ਜ਼ਰੂਰ ਕਰਾਂਗੇ ਕਿ ਇਹਨਾਂ ਦੀ ਉਹ ਰਚਨਾ ਨੂੰ ਉਸ ਲੈਵਲ 'ਤੇ ਛਾਪਿਆ ਜਾਏਗਾ ਕਿ ਉਹ ਚਾਹੇ ਸਾਡੇ ਵਿਚਕਾਰ ਨਹੀਂ ਰਹੇ, ਇੱਕ ਦਿਨ ਆਏਗਾ ਜਿੱਦਣ ਆਪਣੇ ਸਮੇਂ ਦੇ ਜਿਹੜੇ ਸਾਰੇ ਸ਼ਾਇਰ ਆ, ਉਹਨਾਂ ਦੇ ਵਿੱਚੋਂ ਉੱਚ ਕੋਟੀ ਦੇ ਸ਼ਾਇਰ ਵਜੋਂ ਇਹ ਸਥਾਪਤੀ ਦੇ ਖਿਲਾਫ ਲੜਨ ਵਾਲੇ ਸ਼ਾਇਰ ਵਜੋਂ ਜ਼ਰੂਰ ਉਜਾਗਰ ਹੋਣਗੇ। ਸੋ ਬੀਬੀ ਸੁਖਵਿੰਦਰ ਕੌਰ ਬੈਂਸ ਨਿੱਕੇ ਹੁੰਦਿਆਂ ਤੋਂ ਲੈ ਕੇ ਲਗਾਤਾਰ ਇਹਨਾਂ ਦੇ ਨਾਲ ਰਹੇ ਅਤੇ ਇਹਨਾਂ ਦੇ ਕੋਲ ਭਾਵ ਜਜ਼ਬੇ ਸਾਡੇ ਸਾਰਿਆਂ ਤੋਂ ਵੱਖਰੀ ਕਿਸਮ ਦੇ ਨੇ, ਜੋ ਅਨੁਭਵ ਨੇ ਚੰਦ ਸ਼ਬਦਾਂ 'ਚ ਉਹ ਸਾਂਝੇ ਕਰਨਗੇ ਅੱਜ ਦੇ ਇਸ ਪ੍ਰੋਗਰਾਮ 'ਚ, ਜੋ ਕਿ ਨਾਲੋਂ ਨਾਲ ਚੈਨਲ ਪੰਜਾਬੀ 'ਤੇ ਪ੍ਰਸਾਰਿਤ ਹੋ ਰਿਹਾ। ਸਾਡੇ ਵੀਰ ਕਮਲਜੀਤ ਸਿੰਘ ਥਿੰਦ, ਮਹਿਕ ਪੰਜਾਬ ਦੀ ਸਮੂਹ ਹੋਰ ਜਿਹੜੇ ਪਹੁੰਚ ਰਹੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਮੇਰੇ ਤੋਂ ਬਹੁਤਾ ਕੁਛ ਤਾਂ ਨਹੀਂ ਕਹਿ ਹੋਣਾ। ਬਹੁਤ ਹੀ ਮਿਲਾਪੜੇ ਅੰਕਲ ਜੀ ਸੀਗੇ, ਸਾਰਿਆਂ ਨਾਲ ਹੀ ਬਹੁਤ ਪਿਆਰ ਕਰਦੇ ਸੀ। ਇਕੱਲਾ ਸਾਡੇ ਨਾਲ ਨਹੀਂ, ਸਾਰਿਆਂ ਨਾਲ ਹੀ ਬਹੁਤ ਪਿਆਰ ਕਰਦੇ ਸੀ। ਸਭ ਨੂੰ ਇੱਦਾਂ ਹੀ ਲੱਗਦੇ ਸੀ ਵੀ ਸਾਡੇ ਆਪਣੇ। ਇਹ ਮੈਂ ਇੱਦਾਂ ਹੀ ਉਹਨਾਂ ਨੂੰ ਕਿਹਾ, ਅੰਕਲ ਜੀ, ਸਾਰੇ ਹੀ ਅੰਕਲ ਜੀ ਕਹਿੰਦੇ ਤੁਹਾਨੂੰ ਵੀ ਤੁਸੀਂ ਇੰਟਰਨੈਸ਼ਨਲ ਅੰਕਲ ਜੀ ਬਣ ਗਏ ਹੋ। ਅਤੇ ਉਸ ਤੋਂ ਬਾਅਦ ਦੂਜੇ ਤੀਜੇ ਕੁ ਦਿਨ ਫੋਨ ਆਇਆ, ਮੈਨੂੰ ਕਹਿੰਦੇ ਮੈਂ ਕੌਣ ਆ, ਮੈਂ ਕੌਣ ਆ। ਮੈਂ ਕਿਹਾ ਤੁਸੀਂ ਮੇਰੇ ਤਾਇਆ ਜੀ ਕਰਕੇ, ਪਿਤਾ ਜੀ ਤੋਂ ਥੋੜ੍ਹਾ ਵੱਡੇ ਸੀ 2-3 ਕੁ ਸਾਲ। ਅਤੇ ਮੈਂ ਬਚਪਨ ਤੋਂ ਲੈ ਕੇ ਅਸੀਂ ਐਡੇ ਛੋਟੇ ਛੋਟੇ ਸੀਗੇ,
ਉਦੋਂ ਤੋਂ ਲੈ ਕੇ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨਹੀਂ ਟਾਈਮ ਨਹੀਂ ਹੁੰਦਾ, ਅਤੇ ਬਾਕੀ ਬਹੁਤ ਸਾਰੀਆਂ ਗੱਲਾਂ ਪਿਤਾ ਜੀ ਦੇ ਨਾਲ ਸਾਂਝੀਆਂ, ਜਾਂ ਜੋ ਵੀ ਦੋਸਤੀ ਦੀਆਂ, ਆਪਣੇ ਵਿਆਹਾਂ ਦੀਆਂ ਗੱਲਾਂ ਉਹਨਾਂ ਦੀਆਂ। ਸੋ ਇੱਕ ਤਾਂ ਪਿਤਾ ਜੀ ਦੇ ਨਾਲ ਅਧਿਆਪਕ ਵੀ ਸੀਗੇ, ਟੀਚਰ ਸੀਗੇ ਪਿਤਾ ਜੀ ਸਾਡੇ ਵੀ, ਅਤੇ ਅੰਕਲ ਜੀ ਵੀ। ਦੂਸਰਾ ਇਹਨਾਂ ਦਾ ਆਪਸ ਵਿੱਚ ਸਾਹਿਤਕ ਰੁਚੀਆਂ ਸੀਗੀਆਂ, ਅਤੇ ਸੰਗੀਤ ਦਾ ਸ਼ੌਂਕ ਸੀ ਦੋਹਾਂ ਨੂੰ, ਇਸ ਕਰਕੇ ਸਾਂਝ ਕਾਫੀ ਸੀ। ਉਸ ਤੋਂ ਬਾਅਦ ਫਿਰ ਆਂਟੀ ਜੀ, ਜਿਹੜੇ ਬੈਂਸ ਆਂਟੀ ਜੀ, ਉਹਨਾਂ ਦੇ ਆਪਣੇ ਭਾਣਜੀਆਂ 3 ਦੇ ਰਿਸ਼ਤੇ ਹੋਏ ਸਾਡੀਆਂ ਭੂਆ ਜੀ ਉਹਨਾਂ ਦੇ ਪਰਿਵਾਰਾਂ ਵਿੱਚ, ਫਿਰ ਉਹਦੇ ਨਾਲ ਥੋੜ੍ਹੀ ਸਾਂਝ ਹੋਰ ਗੂੜ੍ਹੀ ਹੋ ਗਈ। ਅਤੇ ਸੋ ਬਚਪਨ ਤੋਂ ਲੈ ਕੇ ਬਹੁਤ ਸਾਰੀਆਂ ਗੱਲਾਂ ਆ, ਕਈ ਉਹਨਾਂ 'ਚੋਂ ਫਨ ਹਾਸੇ ਮਜ਼ਾਕ ਵਾਲੀਆਂ ਵੀ ਹੁੰਦੀਆਂ ਸੀਗੀਆਂ, ਜਿਹੜੀਆਂ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਫਨੀ ਲੱਗਦੀ। ਅਤੇ ਮੈਂ ਫੇਸਬੁੱਕ 'ਤੇ ਵੀ ਕੁਛ ਯਾਦਾਂ ਪਾਈਆਂ ਆ ਉਹਨਾਂ ਬਾਰੇ, ਅਤੇ ਮੈਂ ਅੱਜ ਬਹੁਤਾ ਕੁਛ ਤਾਂ ਨਹੀਂ ਕਹਿਣਾ, ਟਾਈਮ ਵੀ ਥੋੜ੍ਹਾ ਆ। ਅਤੇ ਆਪਣੇ ਧੰਨਵਾਦ ਹੈ ਪ੍ਰਬੰਧਕਾਂ ਦਾ, ਜਰਨੈਲ ਆਰਟਸ ਹੋਣਾ ਦਾ, ਗੁਰਦੀਪ ਭਾਜੀ ਦਾ, ਭੁੱਲਰ ਹੋਣਾ ਦਾ, ਗੁਰਵਿੰਦਰ ਸਿੰਘ ਦਾ ਖਾਸ ਕਰਕੇ ਧੰਨਵਾਦ ਹੈ। ਨੱਠ ਭੱਜ ਕਰਕੇ ਇੱਦਾਂ ਦੇ ਸਾਰੇ ਫੰਕਸ਼ਨ ਅਰੇਂਜ ਕਰ ਲੈਂਦੇ ਆ। ਅਤੇ ਬਾਕੀ ਮੈਂ ਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ, ਇੱਕ ਜਿੱਦਾਂ ਬਾਪ ਨੂੰ ਬੇਟੀ ਵੱਲੋਂ ਅਦਬ ਦੇ ਨਾਲ ਮੈਂ ਸਿਰ ਝੁਕਾਉਂਦੀ ਹਾਂ ਉਹਨਾਂ ਦੀ ਲੇਖਣੀ ਨੂੰ, ਉਹਨਾਂ ਨੂੰ। ਅਤੇ ਉਹਨਾਂ ਦੀ ਲੇਖਣੀ ਦੇ ਵਿੱਚ ਜ਼ੁਲਮ ਦੇ ਵਿਰੁੱਧ ਆਵਾਜ਼ ਆ, ਅਤੇ ਸਿੱਖੀ ਸਿਦਕ ਦੇ ਸੁਨੇਹਿਆਂ ਦੀ ਭਰਮਾਰ ਆ, ਅਤੇ ਮਨੁੱਖਤਾ ਲਈ ਪਿਆਰ। ਅਤੇ ਬਾਕੀ ਲੋਕ ਲਿਖਾਰੀ ਸਭਾ ਜਦੋਂ ਅਸੀਂ ਬਣਾਈ ਸੀ, ਅਤੇ ਸਾਡੇ ਮੁੱਢਲੇ ਮੈਂਬਰਾਂ 'ਚ ਅੰਕਲ ਜੀ ਸੀਗੇ, ਅਤੇ ਇਸ ਕਰਕੇ ਲੋਕ ਲਿਖਾਰੀ ਸਭਾ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਅਤੇ ਜਿੱਥੇ ਵੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਇਹ ਕਹਿੰਦੇ ਆ। ਅਤੇ ਉਹਨਾਂ ਨੇ ਜੋ ਵੀ ਕੰਮ ਕਾਜ ਕੀਤੇ ਆ, ਉਹਨਾਂ ਨੂੰ ਸਾਰਥਕਤਾ ਮਿਲੇ। ਅਤੇ ਲੋਕ ਲਿਖਾਰੀ ਦੇ ਸਾਰੇ ਮੈਂਬਰਾਂ ਵੱਲੋਂ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਬਸ ਇਹ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਹੁਰੀ ਸੁਖਵਿੰਦਰ ਕੌਰ ਬੈਂਸ, ਕਿਉਂਕਿ ਜਦੋਂ ਨੇੜਲਾ ਇੰਨਾ ਰਿਸ਼ਤਾ ਹੋਵੇ ਤਾਂ ਕਈ ਵਾਰ ਕਈ ਜਜ਼ਬੇ ਦੇ ਵਿਚਾਰ ਜਿਹੜੇ ਆ ਬਿਆਨ ਕਰਨੇ ਬੜੇ ਔਖੇ ਹੁੰਦੇ ਨੇ, ਪਰ ਅਣਕਿਹਾ ਬਹੁਤ ਕੁਝ ਕਹਿ ਕੇ ਵੀ ਇਹਨਾਂ ਨੇ ਆਪਣੇ ਜਜ਼ਬੇ ਨੂੰ ਪੇਸ਼ ਕੀਤਾ। ਖੁਦ ਜਿੰਨੀਆਂ ਇਹਨਾਂ ਦੀਆਂ ਕਿਤਾਬਾਂ ਨੇ ਸੁਖਵਿੰਦਰ ਕੌਰ ਬੈਂਸ ਜੀ ਦੀਆਂ, ਉਹਨਾਂ ਕਿਤਾਬਾਂ ਦੇ ਵਿੱਚੋਂ ਉਹੀ ਮਹਿਕ ਆਉਂਦੀ ਹੈ, ਜਿਹੜੀ ਮਹਿਕ ਜਿਹੀ ਮੁਸਕਾਨ ਹਰਭਜਨ ਸਿੰਘ ਬੈਂਸ ਹੋਰਾਂ ਦੀ ਜਿਹੜੀ ਛਾਪ 'ਤੇ ਪ੍ਰਭਾਵ ਹੈ, ਉਹ ਇਹਨਾਂ ਦੀਆਂ ਲਿਖਤਾਂ 'ਚ ਹੈ। ਮੈਂ ਜਨਾਬ ਉਲਫਤ ਬਾਜਵਾ ਸਾਹਿਬ, ਅਕਸਰ ਉਹਨਾਂ ਦਾ ਜੋ ਸੰਗ ਮਿਲਿਆ ਸਕੂਲ ਤੋਂ ਲੈ ਕੇ, ਉਹਨੂੰ ਪੜ੍ਹਦੇ ਰਹੇ, ਅਤੇ ਜਿੰਨਾ ਪਿਆਰ ਉਹਨਾਂ ਨਾਲ ਇਹਨਾਂ ਦਾ ਸੀ ਉਹ ਵੀ ਇੱਕ ਕਮਾਲ ਦਾ ਸੀ ਬਾਜਵਾ ਸਾਹਿਬ ਨਾਲ। ਬਾਜਵਾ ਸਾਹਿਬ ਨੇ ਕੁਝ ਕਿਤਾਬਾਂ ਦੇ ਮੁੱਖਬੰਦ ਵੀ ਲਿਖੇ, ਪਿੱਠਬੰਦ ਵੀ ਲਿਖੇ। ਕਈ ਕਿਤਾਬਾਂ ਦੇ ਵਿੱਚ ਉਹਨਾਂ ਦੇ ਬਿਆਨ ਨੇ। ਇੱਕ ਪੂਰੀ ਗਜ਼ਲ ਬੈਂਸ ਸਾਹਿਬ 'ਤੇ ਲਿਖੀ ਉਹਨਾਂ ਨੇ, ਬੜੀ ਖੂਬਸੂਰਤ ਗਜ਼ਲ ਹੈ। ਉਹਦੇ ਵਿੱਚ ਉਹ ਲਿਖਦੇ ਆ, ਆਲਮ ਫਾਜ਼ਲ ਕਾਮਲ ਹੈ ਹਰਭਜਨ ਸਿੰਘ, ਆਲਮ ਫਾਜ਼ਲ ਕਾਮਲ ਹੈ ਹਰਭਜਨ ਸਿੰਘ, ਇਹ ਸਾਥੋਂ ਮਨਵਾਉਂਦੀਆਂ ਗਜ਼ਲਾਂ ਬੈਂਸ ਦੀਆਂ, ਇਹ ਸਾਥੋਂ ਮਨਵਾਉਂਦੀਆਂ ਗਜ਼ਲਾਂ ਬੈਂਸ ਦੀਆਂ, ਉਲਫਤ ਨੂੰ ਉਹ ਹੱਸ ਹੱਸ ਮਿਲਦਾ ਹੁੰਦਾ ਸੀ, ਉਲਫਤ ਨੂੰ ਉਹ ਹੱਸ ਹੱਸ ਮਿਲਦਾ ਹੁੰਦਾ ਸੀ। ਪਰ ਅੱਜ ਬਹੁਤ ਰਵਾਉਂਦੀਆਂ ਗਜ਼ਲਾਂ ਬੈਂਸ ਦੀਆਂ, ਪਰ ਅੱਜ ਬਹੁਤ ਰਵਾਉਂਦੀਆਂ ਗਜ਼ਲਾਂ ਬੈਂਸ ਦੀਆਂ। ਸਾਡੇ ਵਿਚਕਾਰ ਜਰਨੈਲ ਸਿੰਘ ਸੇਖਾ ਜੀ, ਵੈਨਕੂਵਰ ਵਿਚਾਰ ਮੰਚ, ਇਸ ਸੰਸਥਾ ਦੇ ਨਾਲ ਖੁਦ ਬੈਂਸ ਸਾਹਿਬ ਦੇ ਨਾਲ ਇਹਨਾਂ ਦਾ ਬੜਾ ਪਿਆਰ ਰਿਹਾ। ਮੈਂ ਗੁਜ਼ਾਰਿਸ਼ ਕਰਾਂਗਾ ਉਹ ਆਉਣਗੇ ਅਤੇ ਆ ਕੇ ਚੰਦ ਸ਼ਬਦਾਂ 'ਚ ਮਹਾਨ ਗਜ਼ਲਗੋ ਜਨਾਬ ਹਰਭਜਨ ਸਿੰਘ ਬੈਂਸ ਹੋਰਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਆਰਟ ਗੈਲਰੀ ਵਿੱਚ ਸੁਸ਼ੋਭਿਤ ਸਾਰੇ ਹੀ ਜੋ ਵੀ ਬੈਂਸ ਸਾਹਿਬ ਦੇ ਸ਼ੋਕ ਸਭਾ ਦੇ ਵਿੱਚ ਆਏ ਹੋ, ਸਾਰਿਆਂ ਨੂੰ ਜੀ ਆਇਆਂ। ਬੈਂਸ ਸਾਹਿਬ ਨਾਲ
ਚੰਗੀਆਂ ਯਾਦਾਂ ਹਨ। ਉਹ ਜਦੋਂ ਵੀ ਇੱਧਰ ਸਰੀ ਦੇ ਵਿੱਚ ਆਉਂਦੇ, ਵੈਨਕੂਵਰ ਆਉਂਦੇ, ਤਾਂ ਉਹ ਇਹ ਖਿਆਲ ਰੱਖ ਕੇ ਆਉਂਦੇ ਸੀ ਵੀ ਕਿਹੜੀ ਕਿਸੇ ਸੰਸਥਾ ਦੇ ਵਿੱਚ ਕੋਈ ਪ੍ਰੋਗਰਾਮ ਵੀ ਹੈਗਾ, ਅਤੇ ਉਹ ਹਰ ਸੰਸਥਾ ਦੇ ਵਿੱਚ ਉਹ ਜਾਂਦੇ ਸੀ। ਲੇਖਕ, ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਵਿੱਚ ਉਹ ਕਈ ਵਾਰ ਆਏ ਅਤੇ ਆਪਣੇ ਸੋਹਣੇ ਵਿਚਾਰ ਦੇ ਕੇ ਜਾਂਦੇ ਰਹੇ। ਇੱਕ ਚੀਜ਼ ਮੈਂ ਦੇਖਿਆ ਵੀ ਉਹ ਇੱਕ ਸੰਪੂਰਨ ਮਨੁੱਖ ਸਨ, ਵਿਚਾਰਵਾਨ ਅਜਿਹੇ ਕਿ ਉਹ ਹਰ ਵਿਚਾਰਧਾਰਾ ਨੂੰ ਦੇ ਨਾਲ ਮੇਲ ਮਿਲਾਪ ਰੱਖ ਕੇ ਆਪਦੀ ਵਿਚਾਰਧਾਰਾ 'ਤੇ ਪਰਪੱਕ ਰਹਿੰਦੇ ਸਨ। ਔਰ ਅਜਿਹੇ ਸੱਜਣ ਹਜ਼ਾਰਾਂ 'ਚੋਂ ਨਹੀਂ, ਮੈਂ ਸਮਝਦਾ ਵੀ ਲੱਖਾਂ ਦੇ ਵਿੱਚੋਂ ਕੋਈ ਇੱਕ ਹੁੰਦਾ। ਅੱਜ ਜਦੋਂ ਅਸੀਂ ਇੱਥੇ ਬੈਠੇ ਹਾਂ ਤਾਂ ਉਹਨਾਂ ਦੀਆਂ ਉਹ ਜਗਦਾ ਚਿਹਰਾ ਸਾਹਮਣੇ ਹੈ, ਜਦੋਂ ਉਹ ਆਪਣੀ ਤਰੰਨਮ ਦੇ ਵਿੱਚ ਗਜ਼ਲ ਪੇਸ਼ ਕਰਦੇ ਸਨ ਅਤੇ ਹਰ ਗਜ਼ਲ ਦੇ ਵਿੱਚ ਜਿਹੜਾ ਉਹਨਾਂ ਦਾ ਹਰ ਸ਼ੇਅਰ ਹੁੰਦਾ ਸੀ, ਉਹਦੇ ਵਾਹ ਵਾਹ ਮੂੰਹੋਂ ਨਿਕਲਦੀ ਸੀ। ਔਰ ਅੱਜ ਜਦੋਂ ਉਹਨਾਂ ਨੂੰ ਯਾਦ ਕਰ ਰਹੇ ਆ ਤਾਂ ਮੈਨੂੰ ਅੱਜ ਹੀ ਦੋ ਹੋਰ ਸ਼ਖਸੀਅਤਾਂ ਦਾ ਵੀ ਵਿਛੋੜਾ ਮਹਿਸੂਸ ਹੋ ਰਿਹਾ। ਇੱਕ ਸਾਡੇ ਨਿੱਕੀ ਜਿਹੀ ਕਵਿੱਤਰੀ ਹਜੇ 25ਵਿਆਂ 'ਤੇ ਸੀ, ਉਹ ਪਰਸੋਂ ਇਹ ਸੰਸਾਰ ਤੋਂ ਜਾਏ, ਗੁਰਪ੍ਰੀਤ ਗੀਤ, ਉਹਦੀ ਪਹਿਲੀ ਕਿਤਾਬ ਛਪੀ ਸੀ। ਉਹ ਕਿਤਾਬ ਨੂੰ ਉਡੀਕਦੇ ਸੀ ਅਤੇ ਜਦੋਂ ਉਹਦੇ ਘਰ ਕਿਤਾਬ ਪਹੁੰਚੀ, ਉਹਦੇ ਸਵਾਸ ਜਿਹੜੇ ਸੀ ਉਹ ਉਡਾਰੀ ਮਾਰ ਗਏ ਸੀ। ਔਰ ਉਸ 'ਤੇ ਹਿੱਕ ਦੇ ਉੱਤੇ ਅਖੀਰ 'ਤੇ ਉਹ ਕਿਤਾਬ ਰੱਖੀ ਗਈ। ਮੈਂ ਉਹਨਾਂ ਨੂੰ ਵੀ ਯਾਦ ਕਰਦਾ। ਇੱਕ ਅੱਜ ਹੀ ਬੜੇ ਚੋਟੀ ਦੇ ਨਾਵਲਕਾਰ ਰਾਜਕੁਮਾਰ ਗਰਗ, ਜਿਨ੍ਹਾਂ ਨੇ ਕਿਸਾਨੀ 'ਤੇ, ਕਿਉਂਕਿ ਉਹ ਐਗਰੀਕਲਚਰ ਦੇ ਗ੍ਰੈਜੂਏਟ ਸੀ ਅਤੇ ਉਹਦੇ 'ਤੇ ਕਿਤਾਬ ਬਹੁਤ ਸਾਰੇ ਨਾਵਲ ਲਿਖੇ, ਉਹ ਵੀ ਮੈਨੂੰ ਅੱਜ ਯਾਦ ਆ ਰਹੇ ਆ। ਅੱਜ ਹੀ ਉਹਨਾਂ ਦੇ ਸੁਨੇਹਾ ਮਿਲਿਆ। ਅੱਜ ਹੀ ਉਹਨਾਂ ਦੇ ਸੰਗਰੂਰ ਦੇ ਵਿੱਚ ਰਹਿਣ ਵਾਲੇ ਸੀ, ਬੜੇ ਜੈਸੇ ਹਜੇ 15 ਤਾਰੀਖ ਨੂੰ ਇਸੇ ਨੂੰ 70ਵਾਂ ਜਨਮ ਦਿਨ ਮਨਾਇਆ ਅਤੇ ਆਪਦਾ ਅਖੀਰਲਾ ਜਿਹੜਾ ਸੀਗਾ ਨਾਵਲ ਉਹ ਉੱਥੇ ਰਿਲੀਜ਼ ਕੀਤਾ ਅਤੇ ਅੱਜ ਉਹ ਇਸ ਸੰਸਾਰ ਨੂੰ ਤਿਆਗ ਗਏ। ਉਹਨਾਂ ਨੂੰ ਯਾਦ ਸਾਡੇ ਬੈਂਸ ਸਾਹਿਬ ਸਾਡੀਆਂ ਯਾਦਾਂ 'ਚੋਂ ਜਾਣਗੇ ਨਹੀਂ, ਸੋ ਉਹਨਾਂ ਦੀਆਂ ਯਾਦਾਂ ਨੂੰ ਯਾਦ ਕਰਦਾ ਹੋਇਆ ਮੈਂ ਹੁਣ ਲੇਖਕ ਮੰਚ ਵੱਲੋਂ ਪੰਜਾਬੀ BC ਪੰਜਾਬੀ ਕਲਚਰ ਫਾਊਂਡੇਸ਼ਨ ਵੱਲੋਂ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। ਧੰਨਵਾਦ। ਬਹੁਤ ਸ਼ੁਕਰੀਆ। ਖਾਸ ਕਰ ਜਿਸ ਤਰ੍ਹਾਂ ਸਿੱਖਰ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਮਹਾਨ ਸ਼ਾਇਰ ਦੀ ਸ਼ਖਸੀਅਤ ਦੀ ਇਹ ਗੱਲ ਹੈ ਕਿ ਉਹ ਆਪਣੀ ਵਿਚਾਰਧਾਰਾ ਨੂੰ ਸਤਿਕਾਰ ਸਹਿਤ ਅਪਣਾਉਂਦਾ ਹੋਇਆ ਵੀ ਬਾਕੀ ਖਿਆਲਾਂ ਦਾ ਸਤਿਕਾਰ ਕਰਦਾ। ਅਤੇ ਕਈ ਵਾਰ ਉਹ ਵਿਚਾਰਧਾਰਾ ਜਿਹਦੇ 'ਤੇ ਉਹ ਡਟਿਆ ਰਹਿੰਦਾ, ਉਸ ਵਿਚਾਰਧਾਰਾ ਦਾ ਉਹਨੂੰ ਖਮਿਆਜ਼ਾ ਭੁਗਤਣਾ ਪੈਂਦਾ ਅਤੇ ਬੈਂਸ ਸਾਹਿਬ ਨੇ ਉਹ ਭੁਗਤਿਆ। ਉਹਨਾਂ ਸਥਾਪਤੀ ਦੇ ਲੇਖਕਾਂ ਤੋਂ ਵੀ ਭੁਗਤਿਆ ਜਿਨ੍ਹਾਂ ਨੇ ਉਹਨਾਂ ਨੂੰ ਬਣਦਾ ਸਤਿਕਾਰ ਸਥਾਨ ਨਹੀਂ ਦਿੱਤਾ। ਅਤੇ ਇਹ ਕਿਤਾਬਾਂ ਦੇ ਮੁੱਖ ਵੰਨ ਦੇ ਵਿੱਚ ਜਦੋਂ ਆਰੰਭਲੇ ਸ਼ਬਦ ਨੇ ਉਹ ਬਕਾਇਦਾ ਉਹਨਾਂ ਨੇ ਲਿਖ ਵੀ ਦਿੱਤੇ, ਆਪ ਲਿਖੇ। ਕਹਿੰਦੇ ਵੀ ਕਿਉਂਕਿ ਇਹ ਮੇਰਾ ਦ੍ਰਿੜ ਇਰਾਦਾ ਇਹ ਹਜਮ ਨਹੀਂ ਹੋ ਰਿਹਾ ਅਤੇ ਇਸ ਕਾਰਨ ਇਹ ਜਿਹੜੇ ਸਥਾਪਤ ਧਿਰ ਦੀ ਬੋਲੀ ਬੋਲਣ ਵਾਲੇ ਆ ਇਹਨਾਂ ਨੂੰ ਉਹ ਚੰਗਾ ਸ਼ਾਇਰ ਵੀ ਜਿਹੜਾ ਹਜਮ ਨਹੀਂ ਹੁੰਦਾ। ਪਰ ਇੱਕ ਗੱਲ ਜਿਵੇਂ ਜ਼ਿਕਰ ਹੁਣ ਤੱਕ ਹੋਇਆ, ਜਦੋਂ ਤੱਕ ਪੰਜਾਬੀ ਸਾਹਿਤ ਦੀ ਵਿਲੱਖਣਤਾ ਅਤੇ ਗਜ਼ਲ ਖੇਤਰ ਦੀ ਅਮੀਰੀ ਦੀ ਗੱਲ ਹੋਏਗੀ, ਇਹ ਗੱਲ ਕਾਇਮ ਰਹੇਗੀ ਕਿ ਹਰਭਜਨ ਸਿੰਘ ਬੈਂਸ ਇੱਕ ਉਸਤਾਦ ਗਜ਼ਲਗੋ ਦੇ ਤੌਰ ਤੇ ਲੋਕ ਦਿਲਾਂ 'ਤੇ ਰਾਜ ਕਰਨਗੇ। ਇਹ ਕੋਈ ਵੀ ਕਿਸੇ ਵੀ ਪੱਧਰ 'ਤੇ ਇਹ ਗੱਲ ਮਿਟ ਨਹੀਂ ਸਕਦੀ। ਸਾਡੇ ਕੋਲ ਇਸ ਜਿਸ ਤਰ੍ਹਾਂ ਜ਼ਿਕਰ ਕੀਤਾ ਪਹਿਲਾਂ ਕਿ ਲੇਖਕ ਮੰਚ BC ਕਲਚਰਲ ਫਾਊਂਡੇਸ਼ਨ ਸਰੀ ਸਾਹਿਤ ਸਭਾ ਤੋਂ
ਇੰਦਰਜੀਤ ਸਿੰਘ ਹੋਰੀ ਬੈਠੇ ਨੇ ਸਾਡੇ ਕੋਲ, ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ 2 ਸ਼ਬਦ ਜ਼ਰੂਰ ਸਾਂਝੇ ਕਰਨ। ਇਹਨਾਂ ਨੇ ਵੀ ਅਕਸਰ ਬੈਂਸ ਸਾਹਿਬ ਦੇ ਨਾਲ ਜਦੋਂ ਆਉਂਦੇ ਸੀ ਬੜਾ ਪਿਆਰ ਇਹਨਾਂ ਦਾ ਰਿਹਾ। ਸੋ ਇੰਦਰਜੀਤ ਸਿੰਘ ਜੀ। ਧੰਨਵਾਦ ਧਾਲੀਵਾਲ ਸਾਹਿਬ। ਗੁਰਬਾਣੀ 'ਚ ਇੱਕ ਸ਼ਬਦ ਹੈ ਵੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਮੈਂ ਇਹ ਸਮਝਦਾ ਵੀ ਬੈਂਸ ਸਾਹਿਬ ਦੇ ਇਸ ਸਮਾਗਮ ਦੇ ਵਿੱਚ ਮੇਰਾ ਦਿਲ ਉਹਨਾਂ ਦੇ ਜਾਣ ਕਰਕੇ ਉਦਾਸ ਨਹੀਂ ਆ, ਲੇਕਿਨ ਇੱਕ ਗਿਆਨਵਾਨ ਪੁਰਸ਼ ਸਾਡੇ ਵਿੱਚੋਂ ਵਿਛੜ ਗਿਆ, ਇਸ ਕਰਕੇ ਤਾਂ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਕਿਉਂਕਿ ਉਸ ਬੰਦੇ ਨੇ ਜਿੰਨਾ ਜਨਮ ਆਪਣਾ ਸਵਾਰਿਆ। ਜਿਹੜੀ ਗੱਲ ਹੁਣੇ ਹੀ ਧਾਲੀਵਾਲ ਸਾਹਿਬ ਕਹਿ ਕੇ ਹਟਿਆ ਕਿ ਅਗਰ ਕਦੀ ਲੇਖਾ ਜੋਖਾ ਹੋਇਆ, ਤੇ ਇੱਥੇ ਮੈਂ ਬਹੁਤ ਗਜ਼ਲ ਗੋਆਂ ਨੂੰ ਜਾਣਦਾ, ਅੱਛੇ ਤੋਂ ਅੱਛੇ ਗਜ਼ਲ ਗੋ ਹੈ ਇੱਥੇ, ਮੈਂ ਖੁਦ ਵੀ ਗਜ਼ਲ ਲਿਖਦਾ, ਲੇਕਿਨ ਇਹ ਗੱਲ ਇੱਟ ਵਾਂਗੂ ਧਾਲੀਵਾਲ ਸਾਹਿਬ ਵਾਲੀ ਪੱਕੀ ਆ ਵੀ ਇੱਕ ਜਗ੍ਹਾ ਆਚਾਰੀਆ ਰਜਨੀਸ਼ ਕਹਿੰਦਾ ਜਿਹੜੇ ਬਹੁਤ ਗਿਆਨਵਾਨ ਪੁਰਸ਼ ਹੁੰਦੇ ਆ ਨਾ, ਉਹ ਕਈ ਵਾਰ 25-30 ਸਾਲ ਮਗਰੋਂ ਹੀ ਜਾਣੇ ਜਾਂਦੇ ਆ, ਕਿਉਂਕਿ ਉਹਨਾਂ ਦੇ ਬ੍ਰੇਨ ਦਾ ਸਟੈਂਡਰਡ ਜਿਹੜਾ ਉਹਨਾਂ ਦੇ ਵੇਲੇ 'ਚ ਹੁੰਦਾ ਹੀ ਨਹੀਂਗਾ। ਉਹ ਜਿੱਥੇ ਉਹ ਗੱਲ ਕਰ ਰਹੇ ਹੁੰਦੇ ਨਾ, ਲੋਕ ਉੱਥੇ 25 ਸਾਲ ਬਾਅਦ ਪਹੁੰਚਦੇ ਆ। ਬੈਂਸ ਸਾਹਿਬ ਜਿਹੜੀ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਬਹੁਪੱਖੀ, ਮਿਸਾਲ ਦੇ ਤੌਰ 'ਤੇ ਇੱਥੇ ਜਿੰਨੇ ਵੀ ਹੁਣ ਗਜ਼ਲ ਗੋਆ, ਪਹਿਲੀ ਤਾਂ ਗੱਲ ਉਹ ਭੌਤਿਕਵਾਦੀ ਆ। ਭੌਤਿਕਵਾਦੀ ਹੋਣਾ ਕੋਈ ਗੁਨਾਹ ਨਹੀਂ ਆ, ਲੇਕਿਨ ਜੇ ਭੌਤਿਕਵਾਦ ਨੂੰ ਡੁਬੋ ਕੇ ਆਪਣੇ ਅੰਦਰੋਂ ਲਿਖਿਆ ਜਾਏ ਤਾਂ ਉਹ ਹੋਰ ਵੀ ਮਤਲਬ ਵਧੀਆ ਹੋ ਜਾਂਦਾ, ਲੇਕਿਨ ਇੱਦਾਂ ਲਿਖਿਆ ਨਹੀਂ ਜਾਂਦਾ, ਇਕੱਲਾ ਬਿਰਹਾ ਹੀ ਲਿਖਿਆ ਜਾਂਦਾ ਜਾਂ ਪਿਆਰ ਲਿਖਿਆ ਜਾਂਦਾ। ਬੈਂਸ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੂੰ ਰਾਗ ਵਿਦਿਆ ਦੀ ਵਾਕਫੀਅਤ ਸੀ। ਉਹ ਗਾ ਕੇ ਦਾਦਰਾ ਆ, ਇਹ ਮਾਲ ਕੌਂਸਾ, ਇਹ ਫਲਾਨਾ, ਇਸ ਤਰ੍ਹਾਂ ਮੇਰੇ ਕੋਲ ਉਹਨਾਂ ਦੀਆਂ ਟੇਪਾਂ ਵੀ ਪਈਆਂ ਆ। ਜਦੋਂ ਉਹ ਗਾਉਂਦੇ ਆ ਤਾਂ ਮੈਂ ਮੋਰੇ ਬਾਬਾ ਅਸੀਂ 3-4 ਜਾਣੇ ਆਲੇ ਦੁਆਲੇ ਉਹਨਾਂ ਨੂੰ ਕਰਦੇ ਹਾਂ। ਉਹਨਾਂ ਦੀ ਜਿਹੜੀ ਇੱਕ ਵੱਡੀ ਸਿਫਤ ਸੀ ਉਹਨਾਂ ਦੀ ਇਹ, ਕਿਉਂਕਿ ਉਹ ਗੁਰਬਾਣੀ ਦੇ ਬਹੁਤ ਨੇੜੇ ਸੀ। ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਧਾਰਮਿਕ ਹੋਣਾ ਕੋਈ ਬਹੁਤ ਵੱਡੀ ਖਾਸੀਅਤ ਆ, ਲੇਕਿਨ ਧਾਰਮਿਕ ਹੋਣ 'ਚ ਇੱਕ ਖਾਸੀਅਤ ਬਹੁਤ ਵੱਡੀ ਆ ਗੁਰਬਾਣੀ 'ਚ ਕਿ ਬੰਦੇ ਨੂੰ ਰਾਗ ਵਿਦਿਆ ਬਾਰੇ ਪਤਾ ਲੱਗਦਾ। ਗੁਰਬਾਣੀ 'ਚ ਇੰਨੇ ਸ਼ਬਦ ਜਿਹੜੇ ਅਸੀਂ ਹੁਣ ਗਵਾ ਚੁੱਕੇ ਹਾਂ ਉਹ ਉਹਨਾਂ ਨੂੰ ਮਿਲਦੇ ਆ। ਇਹ ਬੈਂਸ ਸਾਹਿਬ ਦੇ ਵਿੱਚ ਸੀਗੇ। ਅਜੇ ਤੱਕ ਸਿਰਫ 4 ਬੰਦੇ ਇੱਥੇ, ਜਦੋਂ ਮੈਂ ਸਰੀ 'ਚ ਆਇਆ ਤਾਂ 4 ਬੰਦੇ ਮੇਰੇ ਪਿਤਾ ਸ਼੍ਰੀ ਨੂੰ ਜਾਣਦੇ ਸੀ, ਜਿਨ੍ਹਾਂ 'ਚੋਂ ਇੱਕ ਬੈਂਸ ਸਾਹਿਬ, ਦੂਜਾ ਜੋਗਿੰਦਰ ਸ਼ਮਸ਼ੇਰ, ਤੇ ਤੀਸਰਾ ਗਿੱਲ ਮੋਰਾਂ ਵਾਲੀ, ਤੇ ਚੌਥੇ ਨਦੀਮ ਪਰਮਾਰ ਸਾਹਿਬ, ਕਿਉਂਕਿ ਇਹ ਉਸ ਏਰੀਏ ਦੁਆਬੇ ਦੀ ਕਰੀਮ ਦੇ ਵਿੱਚੋਂ ਸੀਗੇ। ਉਹਨਾਂ 'ਚੋਂ 3 ਤਾਂ ਚਲੋ ਵਫਾਤ ਪਾ ਗਏ, ਅਤੇ ਨਦੀਮ ਸਾਹਿਬ ਹੈਗੇ, ਉਹਨਾਂ ਦੀ ਵੀ ਸਿਹਤ ਕੋਈ ਏਡੀ ਨਹੀਂ ਰਹਿੰਦੀ। ਮੈਂ ਬੈਂਸ ਸਾਹਿਬ ਦੇ ਨਾਲ ਕਾਰ 'ਚ ਬਹੁਤ ਘੁੰਮਿਆ, ਜਦੋਂ ਉਹ ਆਪਣੇ ਇੱਥੇ ਰਿਸ਼ਤੇਦਾਰੀ 'ਚ ਮਿਲਣ ਆਉਂਦੇ ਸੀਗੇ ਮੇਰੇ ਨਾਲ, ਬਹੁਤ ਵਾਰੀ ਉਹ ਰਹੇ। ਉਹਨਾਂ ਦੇ ਕਈ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ। ਮੈਨੂੰ ਪਤਾ ਕਿ ਜਦੋਂ ਮੈਂ ਗਜ਼ਲ ਨਹੀਂ ਸੀ ਲਿਖਦਾ ਤੇ ਮੱਲੀ ਸਾਹਿਬ ਦੇ ਘਰ ਅਸੀਂ 2-3 ਪ੍ਰੋਗਰਾਮ, 4 ਰਾਮਪੁਰੀ ਸਾਹਿਬ, ਅਸੀਂ ਮਨਸੂਰ ਸਾਹਿਬ, ਮਨਸੂਰ ਤੇ ਰਾਮਪੁਰੀ ਨੂੰ ਮੈਂ ਯਾਦ ਕਰ, ਉਹ ਬਹੁਤ ਜ਼ਿਆਦਾ ਇਹਨਾਂ ਦੇ ਫੈਨ ਸੀਗੇ। ਉਹਦੇ ਵਿੱਚ ਮੈਂ ਇੱਕ ਵਾਰੀ ਇੱਕ ਗੱਲ ਲਿਖੀ ਵੀ ਕਹਿੰਦੇ ਤੂੰ ਗਜ਼ਲ ਧੰਮ ਸਾਹਿਬ ਸੁਣਾਓਗੇ। ਮੈਂ ਕਿਹਾ ਜੀ ਮੈਂ ਗਜ਼ਲ ਲਿਖਦਾ ਨਹੀਂ, ਮੇਰੇ ਪਿਤਾ ਸ਼੍ਰੀ ਕਵਿਤਾ ਦੇ ਸ਼ਾਇਰ ਸੀਗੇ, ਬਿਸ਼ਨ ਸੋ ਉਪਾਸ਼ਕ ਤੋਂ ਮੈਂ ਥੋੜ੍ਹੀ ਬਹੁਤੀ ਸੰਗਤ ਲਈ ਆ, ਅਤੇ ਉਹ ਮੈਂ ਸੁਣਾਈ ਵੀ ਸ਼ਾਇਰ ਕਨੇਡਾ ਵਿੱਚੋਂ ਘਰ ਨੂੰ ਵਾਪਸ ਆਇਆ ਚੌਥੇ ਪੈਰ। ਇਹ ਮੈਂ ਆਪਣੀ ਉਹਨੂੰ ਕਵਿਤਾ 'ਚ ਸੁਣਾਈ ਗੱਲ ਵੀ ਸ਼ਾਇਰ ਕਨੇਡਾ ਵਿੱਚੋਂ ਘਰ ਨੂੰ ਵਾਪਸ ਆਇਆ ਚੌਥੇ ਪੈਰ, ਮਾਂ ਦੇ ਸਿਵੇ 'ਤੇ ਪਹੁੰਚ ਕੇ ਪਹਿਲਾਂ ਦੁੱਧ ਬਖਸ਼ਾਇਆ ਚੌਥੇ ਪੈਰ। ਉਹਦੇ 'ਚ ਦੂਜੀ ਗੱਲ ਸੀ ਵੀ ਅੱਖੀਆਂ ਦੇ ਵਿੱਚ ਹੰਝੂ ਭਰ ਕੇ, ਅੱਖੀਆਂ ਦੇ ਵਿੱਚ ਹੰਝੂ ਭਰ ਕੇ ਅੱਗੇ ਵਧਿਆ ਚਰਨ ਧੂੜ ਨੂੰ, ਸਿਵਿਆਂ ਵਿੱਚੋਂ ਬਾਪੂ ਉੱਠ ਕੇ ਗਾਲਣਾ ਲਾਇਆ ਚੌਥੇ ਪੈਰ। ਉਹ ਇੱਦਾਂ ਦੀ ਉਹਦੇ 'ਚ ਲੰਮੀ ਚੌੜੀ ਗੱਲ ਵੀ ਬੁੱਕ ਵਿੱਚ ਪਾਣੀ ਮੀਂਹ ਦਾ ਭਰ ਕੇ ਤਰਸਾਉਂਦਾ ਸੀ ਉਹ ਜੋ ਊਣੀਆਂ ਝੀਲਾਂ, ਸਿੱਖ ਬਸਲ ਦੀ ਮਨ ਦੇ ਅੰਦਰ ਲੈ ਕੇ ਆਇਆ ਚੌਥੇ ਪੈਰ। ਬੈਂਸ ਸਾਹਿਬ ਕਹਿੰਦੇ ਧੰਮ ਸਾਹਿਬ ਇਹ ਤਾਂ ਗਜ਼ਲ ਹੀ ਹੈਗਾ, ਇਹ ਤਾਂ ਫੇਲਨ ਦੀ ਗਜ਼ਲ, ਉਹ ਹੈ ਇਹ ਫੇਲਨ ਹੀ ਆ, ਜਿੱਦਾਂ ਤੁਸੀਂ ਮੋਹਨ ਗਿੱਲ ਕਹਿੰਦਾ ਸੀ। ਉੱਥੋਂ ਫਿਰ ਮੈਨੂੰ ਨੇੜੇ ਭਨੋਟ ਬੈਠਾ ਸੀਗਾ, ਉਹਨੇ ਕਿਹਾ ਭਈ ਤੁਸੀਂ ਥੋੜ੍ਹਾ ਗਜ਼ਲ ਵੀ ਲਿਖੋ। ਜੇ ਮੈਂ ਸੱਚ ਕਹਾਂ ਨਾ ਤਾਂ ਭਨੋਟ ਤੋਂ ਵੀ ਪਹਿਲਾ ਉਸਤਾਦ ਜਿਹੜਾ ਮੈਨੂੰ ਗਜ਼ਲ ਵੱਲ ਨੂੰ ਪ੍ਰੇਰਿਤ ਕਰਨ ਵਾਲਾ ਉਹ ਬੈਂਸ ਹੈ। ਮੈਨੂੰ ਜਿਹੜੀਆਂ ਉਹਨੀਆਂ ਕਿਤਾਬਾਂ ਆਪਣੀਆਂ ਹੈਗੀਆਂ ਉਹ ਦਿੱਤੀਆਂ ਮੇਰੇ ਕੋਲ, ਉਹਨਾਂ 'ਤੇ ਮੇਰੇ ਬਾਰੇ ਰਿਮਾਰਕ ਵੀ ਉਹਨਾਂ ਦੇ ਹੈਗੇ ਆ ਕਈ ਐਸੀਆਂ ਸ਼ਖਸੀਅਤਾਂ। ਉਹ ਹੈਗਾ ਨਾ ਜਿਹੜਾ ਭਈ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾ ਵਰ ਪੈਦਾ। ਪਰ ਮੈਂ ਇੱਕ ਗੱਲ ਇਹ ਕਹੂੰਗਾ ਵੀ ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ
ਬੈਂਸ ਵਾਂਗੂ ਲਿਖੋ ਜਾਂ ਇਦਾਂ ਨਹੀਂ ਆਪਾਂ ਲਿਖ ਸਕਦੇ, ਕਿਉਂਕਿ ਗੁਰਬਾਣੀ ਆਪ ਮੰਨਦੀ ਆ ਕੋਈ ਨਾ ਕਿਸ ਕੀ ਜਿਹਾ, ਕੋਈ ਕਿਸੇ ਵਰਗਾ ਨਹੀਂ ਹੋ ਸਕਦਾ। ਬੈਂਸ ਬੈਂਸ ਹੀ ਸੀਗਾ। ਹਰ ਇੱਕ ਬੰਦੇ ਦੀ ਆਪਣੀ ਸ਼ੈਲੀ ਹੁੰਦੀ ਆ, ਜਿਹੜੀ ਕਾਵ ਦੀ ਜਿਹੜੀ ਸ਼ਲੀਨਤਾ ਆ ਜਾਂ ਅੰਦਰ ਜੋ ਵੀ ਸ਼ੈਲੀ ਜਨਮਦੀ ਆ, ਕੁਦਰਤ ਪੈਦਾ ਕਰਦੀ ਆ। ਅਕਾਲ ਪੁਰਖ ਜਿਹਨੂੰ ਇਹ ਬਲ ਦੇਵੇ, ਉਹ ਬਲ ਬੈਂਸ ਨੂੰ ਦਿੱਤਾ ਸੀ। ਮੈਂ ਆਪਣੀ ਵੱਲੋਂ ਸਾਹਿਤ ਸਭਾ ਸਰੀ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ। ਮਿਹਰਬਾਨੀ। ਬਹੁਤ ਸ਼ੁਕਰੀਆ। ਇੰਦਰਜੀਤ ਸਿੰਘ ਹੋਰਾਂ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਦੇ ਵਿੱਚ ਗੱਲ ਕਹੀ ਹੈ ਅਤੇ ਚੋਟੀ ਦੇ ਲਿਖਾਰੀਆਂ ਨੇ ਬੈਂਸ ਸਾਹਿਬ ਬਾਰੇ ਜੋ ਲਿਖਿਆ, ਉਹਨਾਂ 'ਚ ਇੰਦਰਜੀਤ ਸਿੰਘ ਹਸਨਪੁਰੀ ਇੱਕ ਬੜਾ ਉੱਘਾ ਨਾਂ ਹੈ। ਉਹਨਾਂ ਨੇ ਇੱਕ ਵਾਰ ਇਹ ਸ਼ਬਦ ਲਿਖੇ ਕਿ ਸੁਰ ਤਕੜੀ ਵਿੱਚ ਤੋਲੇ ਹਰਫਾਂ ਦਾ ਭਾਰ ਬੈਂਸ, ਗਜ਼ਲ ਕਮਾਲ ਯਾਰੋ ਲਿਖਦਾ ਏ ਯਾਰ ਬੈਂਸ, ਹਨੇਰੀ ਤੂਫਾਨ ਝੱਖੜ ਸਿਰ ਤੋਂ ਲੰਘਾਏ ਸਿਆਂ, ਕੋਮਲ ਹੈ ਦਿਲ ਦਾ ਭਾਵੇਂ ਮਨਦਾ ਨਾ ਹਾਰ ਬੈਂਸ, ਕੋਮਲ ਹੈ ਦਿਲ ਦਾ ਭਾਵੇਂ ਮਨਦਾ ਨਾ ਹਾਰ ਬੈਂਸ, ਫੜ ਕੇ ਕਲਮ ਦਾ ਖੰਜਰ ਬਾਜ਼ਾਂ ਦੇ ਖੰਭ ਕੱਟੇ, ਫੜ ਕੇ ਕਲਮ ਦਾ ਖੰਜਰ ਬਾਜ਼ਾਂ ਦੇ ਖੰਭ ਕੱਟੇ, ਅੰਬਰ ਤੇ ਹੈ ਉਡਾਉਂਦਾ ਘੁੱਗੀਆਂ ਦੀ ਡਾਰ ਬੈਂਸ, ਸ਼ੇਰਾਂ ਦੀ ਰੌਸ਼ਨੀ ਕਰ ਨਫ਼ਰਤ ਦਾ ਘੇਰ ਮੇਟੇ, ਸ਼ਾਇਰ ਮੁਹੱਬਤਾਂ ਦਾ ਵੰਡਦਾ ਏ ਪਿਆਰ ਬੈਂਸ, ਸ਼ਾਇਰ ਮੁਹੱਬਤਾਂ ਦਾ ਵੰਡਦਾ ਏ ਪਿਆਰ ਬੈਂਸ। ਸ਼ਾਇਰੀ ਦੇ ਨਾਲ ਨਾਲ ਉਹਨਾਂ ਦੀ ਇੱਕ ਬਹੁਤ ਵੱਡੀ ਹੋਰ ਦੇਣ ਉਹ ਸੀ ਪੱਤਰਕਾਰੀ ਦਾ ਖੇਤਰ। ਚੜ੍ਹਦੀ ਕਲਾ ਅਖਬਾਰ ਦੇ ਬਤੌਰ ਸੰਪਾਦਕ ਬੈਂਸ ਸਾਹਿਬ ਨੇ ਜੋ ਭੂਮਿਕਾ ਨਿਭਾਈ, ਉਹ ਵੀ ਇੱਕ ਇਤਿਹਾਸਕ ਹੈ ਉਹਨਾਂ ਦਿਨਾਂ ਦੇ ਦੌਰਾਨ। ਸੋ ਇਸ ਵੇਲੇ ਚੜ੍ਹਦੀ ਕਲਾ ਅਖਬਾਰ ਦੇ ਮੁੱਖ ਸੰਪਾਦਕ ਸਾਡੇ ਵੀਰ ਗੁਰਪ੍ਰੀਤ ਸਿੰਘ ਸਹੋਤਾ, ਜਿਹੜੇ ਕਿ ਬੈਂਸ ਸਾਹਿਬ ਦੇ ਨਾਲ ਜਿਨ੍ਹਾਂ ਦੀ ਨਿੱਜੀ ਤੌਰ 'ਤੇ ਬਹੁਤ ਡੂੰਘੀ ਸਾਂਝ ਰਹੀ ਹੈ, ਉਹ ਚੰਦ ਸ਼ਬਦ ਜਿਹੜੇ ਆ ਆਪਣੇ ਅਦਾਰੇ ਵੱਲੋਂ ਵੀ ਅਤੇ ਨਾਲ ਉਹਨਾਂ ਦੀ ਜਿਹੜੀ ਸਮੁੱਚੀ ਸਾਹਿਤ ਰਚਨਾ ਅਤੇ ਪੱਤਰਕਾਰੀ ਨੂੰ ਦੇਣ ਹੈ, ਉਸ ਬਾਰੇ ਸਾਂਝੇ ਕਰਨਗੇ ਗੁਰਪ੍ਰੀਤ ਸਿੰਘ ਬੈਂਸ। ਉਸ ਤੋਂ ਬਾਅਦ ਮੋਹਨ ਸਿੰਘ ਗਿੱਲ ਹੋਰਾਂ ਨੂੰ ਗੁਜ਼ਾਰਿਸ਼ ਕਰਾਂਗੇ ਉਹ ਤਿਆਰ ਰਹਿਣ। ਬੈਂਸ ਸਾਹਿਬ। ਗੁਰਪ੍ਰੀਤ ਸਿੰਘ ਸਹੋਤਾ ਜੀ। ਕੋਈ ਗੱਲ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੰਕਲ ਬੈਂਸ ਜੀ ਬਹੁਤ ਵੱਡੀ ਸ਼ਖਸੀਅਤ ਸੀਗੇ। ਤੁਸੀਂ ਸਾਰੇ ਉਹਨਾਂ ਨੂੰ ਭਲੀ ਭਾਂਤ ਜਾਣਦੇ ਆ। ਉਹ ਇੱਕ ਇਕੱਲੇ ਕਵੀ ਨਹੀਂ ਸੀਗੇ, ਇਕੱਲੇ ਸ਼ਾਇਰ ਨਹੀਂ ਸੀ, ਗਜ਼ਲਗੋ ਨਹੀਂ ਸੀਗੇ, ਲੇਖਕ ਨਹੀਂ ਸੀਗੇ, ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਇਨਸਾਨ ਵੀ ਸੀਗੇ। ਉਹਨਾਂ ਨੂੰ ਵੱਡਿਆਂ ਦੇ ਨਾਲ ਵੱਡਿਆਂ ਅਤੇ ਛੋਟਿਆਂ ਦੇ ਨਾਲ ਛੋਟਿਆਂ ਵਾਂਗ ਵਿਚਰਨਾ ਜਿਹੜਾ ਆਉਂਦਾ ਸੀਗਾ। ਤੁਸੀਂ ਸਾਰੇ ਸਾਹਿਤਕ ਜਗਤ ਦੇ ਨਾਲ ਜੁੜੇ ਆ, ਤੁਸੀਂ ਉਸ ਹਿਸਾਬ ਦੇ ਨਾਲ ਸਾਰਿਆਂ ਨੇ ਗੱਲਾਂ ਕੀਤੀਆਂ। ਮੇਰਾ ਉਹਨਾਂ ਦੇ ਨਾਲ ਰਿਸ਼ਤਾ ਥੋੜ੍ਹਾ ਜਿਹਾ ਹੋਰ ਸੀਗਾ। ਮੈਨੂੰ ਉਹਨਾਂ ਨੇ ਪੱਤਰਕਾਰੀ ਦੇ ਗੁਰ ਵੀ ਦੱਸੇ। ਜਦੋਂ ਵੀ ਕਿਤੇ ਉਹ ਇੱਥੇ ਆਉਂਦੇ ਤਾਂ ਦੱਸਦੇ ਵੀ ਤੇਰੀ ਆਹ ਖਬਰ ਦੇ ਵਿੱਚ ਆਹ ਗਲਤੀ ਸੀਗੀ, ਜਾਂ ਇਹਨੂੰ ਹੋਰ ਇੱਦਾਂ ਵਧੀਆ ਤਰੀਕੇ ਨਾਲ ਲਿਖਿਆ ਜਾ ਸਕਦਾ ਸੀਗਾ। ਅਤੇ ਸ਼ਰਤ ਇਹ ਹੁੰਦੀ ਸੀਗੀ ਕਿ ਜਦੋਂ ਮੈਂ ਆਉਣਾ ਚਾਹ ਪਾਣੀ ਦਾ ਪ੍ਰਬੰਧ ਵਧੀਆ ਹੋਵੇ। ਖਾਣ ਪੀਣ ਦੇ ਬਹੁਤ ਸ਼ੌਕੀਨ ਸੀਗੇ। ਅਤੇ ਨਾਲ ਹੀ ਉਹਨਾਂ ਨੇ ਇਹ ਕਹਿਣਾ ਵੀ ਤੈਨੂੰ ਮੈਂ ਨਵੀਂ ਜਿਹੜੀ ਲਿਖੀ ਗਜ਼ਲ ਜਾਂ ਕਵਿਤਾ ਤਾਂ ਸੁਣਾਉਣੀ ਆ, ਛਪਣ ਲਈ ਦੇਣੀ ਆ ਜੇ ਪਹਿਲਾਂ ਮੈਨੂੰ ਚੁਟਕਲੇ ਸੁਣਾਊਂਗਾ ਤੂੰ। ਸੋ ਉਹ ਆਲਵੇਜ਼ ਕਹਿ ਲਓ ਵੀ ਹੱਸਣ ਨੂੰ ਰੂਹ ਦੀ ਖੁਰਾਕ ਜਿਹੜੀ ਆ ਉਹ ਸਮਝ ਕੇ ਚੱਲਦੇ ਸੀਗੇ। ਅਤੇ ਕਦੀ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਪਰਿਵਾਰ ਦਾ ਹਿੱਸਾ ਨਹੀਂ ਹੈਗੇ, ਦੂਰੋਂ ਆ। ਇੱਦਾਂ ਲੱਗਾ ਵੀ ਉਹ ਹਮੇਸ਼ਾ ਪਰਿਵਾਰ ਦਾ ਹਿੱਸਾ ਹੀ ਹੈਗੇ ਆ। ਅਤੇ ਸਾਡਾ ਪਿੰਡ ਬੜਾ ਪਿੰਡ ਜ਼ਿਲ੍ਹਾ ਜਲੰਧਰ, ਉੱਥੇ ਉਹ ਪੜ੍ਹਾਉਂਦੇ ਵੀ ਰਹੇ ਲੜਕੀਆਂ ਦੇ ਸਕੂਲੇ, ਅਤੇ ਵੈਸੇ ਵੀ ਪਿੰਡ ਵਿੱਚ ਰਿਸ਼ਤੇਦਾਰੀਆਂ ਵੀ ਸੀ ਹੋਰ। ਅਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਬਹੁਤ ਅਨੋਖੀਆਂ ਹੀ ਹੋਇਆ ਕਰਦੀਆਂ ਸੀਗੀਆਂ। ਜਿੱਥੇ ਜਾਂਦੇ ਸੀਗੇ ਉਹੋ ਜਿਹਾ ਬਣ ਜਾਂਦੇ ਸੀਗੇ। ਅਤੇ ਮੈਂ ਤੁਹਾਨੂੰ ਉਹਦੀ ਇੱਕ ਐਗਜ਼ਾਮਪਲ ਸੁਣਾਉਣਾ ਜਿਹੜੀ ਕਿ ਉਹਨਾਂ ਨੇ ਮੈਨੂੰ ਖੁਦ ਸੁਣਾਈ ਆਪ। ਉਹ ਅਮਰੀਕਾ ਤੋਂ ਹੋਰ ਸਿੰਘਾਂ ਦੇ ਨਾਲ ਲਾਹੌਰ ਗਏ ਹੋਏ ਸੀਗੇ। ਅਤੇ ਲਾਹੌਰ ਗਏ ਹੋਏ ਤਾਂ ਕਹਿੰਦੇ ਵੀ ਅਸੀਂ ਸਵੇਰੇ ਉੱਠ ਕੇ ਜੀਅ ਕੀਤਾ ਵੀ ਵਾਕ ਕਰਕੇ ਆਉਂਦੇ, ਤੁਰ ਕੇ ਆਉਂਦੇ ਹਾਂ ਜੀ। ਸੋ ਅਕਸਰ ਜਿਵੇਂ ਬਜ਼ੁਰਗ ਆਪਣੇ ਸਵੇਰ ਨੂੰ ਦਸਤਾਰ ਨਹੀਂ ਸਜਾਉਂਦੇ, ਛੋਟੀ ਦਸਤਾਰ ਪਰਨਾ ਬੰਨ੍ਹ ਲੈਂਦੇ ਆ। ਉਹ ਨਾਲ ਦੋ ਕੁ ਸਿੰਘ ਹੋਰ ਜਿਹੜੇ ਆ ਜੀ, ਉਹ ਕੁੜਤੇ ਪਜਾਮੇ ਪਾਇਓ ਅਤੇ ਪਰਨੇ ਬੰਨ੍ਹ ਕੇ ਸੈਰ ਕਰਨ ਤੁਰ ਪਏ। ਤੁਰਦਿਆਂ ਕਹਿੰਦੇ ਪਤਾ ਨਾ ਲੱਗਾ ਬਾਜ਼ਾਰ ਦੇ ਵਿੱਚ ਪਹੁੰਚ ਗਏ ਜੀ। ਅਤੇ ਕਹਿੰਦੇ ਜਦੋਂ ਬਾਜ਼ਾਰ 'ਚ ਪਹੁੰਚ ਗਏ ਤਾਂ ਇੱਕ ਲੇਡੀ ਨੇ ਗੱਡੀ ਰੋਕੀ, ਤਾਂ ਗੱਡੀ ਰੋਕ ਕੇ ਆਪਣਾ ਬੱਚਾ ਜਿਹੜਾ ਹੈ ਉਹ ਪੈਰਾਂ 'ਚ ਪਾ ਤਾ। ਕਹਿੰਦੀ ਮੌਲਵੀ ਜੀ ਵੀ ਕਲਮਾ ਪੜ੍ਹ ਦਿਓ, ਇਹ ਤੰਦਰੁਸਤ ਹੋ ਜਾਵੇ। ਅਤੇ ਕਹਿੰਦੇ ਮੈਂ ਹੁਣ ਉਹਨੂੰ ਕਿਵੇਂ ਕਹਿ ਸਕਦਾ ਸੀ ਵੀ ਮੈਂ ਮੌਲਵੀ ਨਹੀਂ ਹੈਗਾ। ਕਹਿੰਦੇ ਮੈਂ ਵੈਸੇ ਹੀ ਕਹਿੰਦਾ ਇੱਦਾਂ ਹੱਥ ਕਰਕੇ ਤਾਂ ਉੱਪਰ ਨੂੰ ਮੂੰਹ ਦੇ ਵਿੱਚ
ਬੁੜ ਕੀਤੀ ਤਾਂ ਕਹਿੰਦੇ ਵੀ ਇੰਨੇ ਦੇ ਨਾਲ ਉਹ ਖੁਸ਼ ਹੋ ਗਈ। ਪਰ ਉਦੋਂ ਬਾਅਦ ਵਿੱਚ ਇੰਨਾ ਘੇਰਾ ਪੈ ਗਿਆ ਲੋਕਾਂ ਦਾ ਵੀ ਮੌਲਵੀ ਜੀ ਸਾਡੇ ਘਰ ਚੱਲੋ, ਮੌਲਵੀ ਜੀ ਆਹ ਦੱਸਿਓ, ਅਤੇ ਕਹਿੰਦੇ ਅਸੀਂ ਉੱਥੋਂ ਜਿਹੜੀ ਆ ਉਹ ਜਾਨ ਛਡਾਈ। ਅਤੇ ਇਹੋ ਜਿਹਾ ਹੋਰ ਕਿਸੇ ਬਹੁਤ ਉਹਨਾਂ ਦੇ ਨਾਲ ਜੁੜਵੇਂ ਹੈਗੇ ਆ। ਮਸਲਨ ਇੱਕ ਵਾਰੀ ਕਹਿੰਦੇ ਸਾਨੂੰ ਮੁਸ਼ਾਇਰਾ ਆਇਆ ਸਰੀ ਦੇ ਵਿੱਚ, ਅਤੇ ਫਲਾਣੇ ਕਵੀ ਦੇ ਘਰ ਛੱਡਿਆ, ਅਤੇ ਮੈਂ ਕਿਹਾ ਅੰਕਲ ਜੀ ਵੀ ਰੋਟੀ ਪਾਣੀ ਦਾ ਪ੍ਰਬੰਧ ਰਾਤ ਨੂੰ? ਨਹੀਂ ਉੱਥੇ ਸਾਰਾ ਹੋਇਆ ਆ, ਅਸੀਂ ਖਾ ਕੇ ਆਉਣਾ ਰੱਜ ਕੇ, ਹੈ ਨਾ, ਅਤੇ ਸਾਡੀ ਪਾਰਟੀ ਅੱਜ ਬਜ਼ੁਰਗਾਂ ਦੀ, ਤੁਸੀਂ ਟੈਨਸ਼ਨ ਨਾ ਲਿਓ। ਅਤੇ ਮੈਨੂੰ ਸੀਗਾ ਵੀ ਇਹ 10-10:30 ਵਜੇ ਤੱਕ ਆਉਣਗੇ, ਅਤੇ ਇਹਨਾਂ ਦਾ 8:30 ਫੋਨ ਆ ਗਿਆ, ਕਹਿੰਦੇ ਜੀ ਵੀ ਚੱਕ ਲਓ ਸਾਨੂੰ। ਅਤੇ ਜਦੋਂ ਮੈਂ ਗਿਆ ਤਾਂ ਇਹ ਸਾਈਡ ਵਾਕ 'ਤੇ ਖੜ੍ਹੇ 3-4 ਜਾਣੇ, ਅਤੇ ਮੈਂ ਕਿਹਾ ਜੀ ਵੀ ਕਿੱਦਾਂ ਛਕ ਲਿਆ ਕੁਛ ਵੀ ਰੱਜਿਓ? ਹਾਂ ਬਹੁਤ ਸੇਵਾ ਹੋਈ ਅਤੇ ਬਹੁਤ ਨਜ਼ਾਰਾ ਆ ਗਿਆ ਹੈਗਾ। ਅਤੇ ਘਰ ਆ ਕੇ ਜਦੋਂ 9:30 ਵਜੇ ਹੋਏ ਤਾਂ ਇਹ 2-3 ਗਲਾਸ ਪਾਣੀ ਦੇ ਪੀ ਗਏ। ਮੈਂ ਕਿਹਾ ਵੀ ਅੰਕਲ ਜੀ ਭੁੱਖੇ ਆ ਤੁਸੀਂ, ਹੈ ਨਾ, ਵੀ ਤੁਸੀਂ ਛਕਿਆ ਨਹੀਂ ਕੁਛ ਹੈਗਾ, ਵੀ ਤੁਸੀਂ ਇੱਦਾਂ ਨਾ ਕਰੋ। ਹੁਣ ਕਹਿੰਦੇ ਆਹੋ ਵੀ ਪੀਜ਼ਾ ਮੰਗਾ ਲਾ, ਕਹਿੰਦੇ ਅਸੀਂ ਤਾਂ ਭੁੱਖੇ ਮਰ ਗਏ। ਸੋ ਹੈ ਨਾ, ਇੱਦਾਂ ਦਾ ਜਿਹੜਾ ਉਹਨਾਂ ਦਾ ਸੁਭਾਅ ਸੀਗਾ। ਅਤੇ ਜੇ ਸੀਰੀਅਸਲੀ ਗੱਲ ਕਰੀਏ ਤਾਂ ਆਖਰੀ ਵਾਰੀ ਜਦੋਂ ਮੈਨੂੰ ਮਿਲੇ ਆ ਚੜ੍ਹਦੀ ਕਲਾ ਦਫ਼ਤਰ ਦੇ ਵਿੱਚ, ਅਤੇ ਉਹ ਆਏ ਤਾਂ ਕਹਿੰਦੇ ਆ ਕਵਿਤਾ ਟਾਈਪ ਕਰਾ, ਅਤੇ ਮੈਂ ਟਾਈਪ ਕਰਾਈ, ਅਤੇ ਉਹ ਕਹਿੰਦੇ ਵੀ ਇਹ ਮੇਰੀ ਆਖਰੀ ਕਵਿਤਾ ਆ, ਜਦੋਂ ਮੈਂ ਅਲਵਿਦਾ ਕਹਿ ਜਾਵਾਂ ਇਹ ਕਵਿਤਾ ਜਿਹੜੀ ਆ ਤੁਸੀਂ ਸਾਰਿਆਂ ਮੇਰੇ ਦੋਸਤਾਂ ਨਾਲ, ਚਾਹੁਣ ਵਾਲਿਆਂ ਨਾਲ ਜਿਹੜੀ ਆ ਸਾਂਝੀ ਕਰਨੀ ਆ। ਅਤੇ ਉਹ ਕਵਿਤਾ ਟਾਈਪ ਕਰਾ ਕੇ ਰੱਖੀ ਉਵੇਂ ਹੀ, ਫਿਰ ਉਹਨਾਂ ਦੇ ਵਿਛੋੜੇ ਦੇ ਉੱਤੇ ਸਾਂਝੀ ਕੀਤੀ। ਸੋ ਉਹਨਾਂ ਦੇ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ, ਸਮਾਂ ਸੀਮਿਤ ਆ। ਸੋ ਇੱਕ ਵਾਰੀ ਫਿਰ ਸ਼ਰਧਾਂਜਲੀ ਭੇਂਟ ਕਰਦਾ ਕਿ ਪਰਮਾਤਮਾ ਉਸ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਸਿੰਘ ਸਹੋਤਾ ਹੋਰੀ ਬੜੇ ਪਿਆਰ ਭਰੇ ਸ਼ਬਦ ਪਿਤਾ ਰੂਪ ਬੈਂਸ ਸਾਹਿਬ ਬਾਰੇ ਇਹਨਾਂ ਨੇ ਸਾਂਝੇ ਕੀਤੇ, ਅਤੇ ਸੱਚਮੁੱਚ ਜੋ ਇਹਨਾਂ ਨੇ ਕਿਹਾ ਕਿ ਜਿੰਨੀ ਸਾਂਝ ਉਹਨਾਂ ਦੀ ਹਰੇਕ ਦੇ ਨਾਲ ਸੀ, ਆਪੋ ਆਪਣੇ ਪੱਧਰ 'ਤੇ ਸੀ, ਹਰੇਕ ਨੂੰ ਇਉਂ ਲੱਗਦਾ ਸੀ ਕਿ ਮੈਨੂੰ ਨਿੱਜੀ ਘਾਟਾ ਅੱਜ ਵੀ ਇਹ ਮਹਿਸੂਸ ਜੋ ਕਰ ਰਹੇ ਆ ਉਹਨਾਂ ਸ਼ਬਦਾਂ 'ਚ ਹੈ। ਉਹਨਾਂ ਨੇ ਇੱਕ ਬੜਾ ਕਮਾਲ ਦਾ ਜਿਹੜਾ ਨਸਲਵਾਦ ਅੱਜ ਫੈਲਿਆ ਹੋਇਆ, ਜਿਸ ਦਾ ਪ੍ਰਭਾਵ ਕਿਤੇ ਕਾਲਿਆਂ 'ਤੇ ਕਿਤੇ ਰੰਗਦਾਰ ਲੋਕਾਂ 'ਤੇ ਚੱਲ ਰਿਹਾ, ਉਹਨਾਂ ਦੇ ਇੱਕ ਸ਼ੇਅਰ ਦੇ ਵਿੱਚ ਉਹਨਾਂ ਨੇ ਉਸ ਨੂੰ ਬੜਾ ਕਮਾਲ ਦਾ 2 ਸਤਰਾਂ 'ਚ ਬਿਆਨ ਕੀਤਾ। ਕਾਲੇ ਕੱਕੇ ਗੋਰਿਓਂ ਉੱਚਾ ਉੱਠਿਆ ਜਾਂ, ਕਾਲੇ ਕੱਕੇ ਗੋਰਿਓਂ ਉੱਚਾ ਉੱਠਿਆ ਜਾਂ, ਦੂਰੋਂ ਨੇੜਿਓਂ ਹਰ ਕੋਈ ਰਿਸ਼ਤੇਦਾਰ ਦਿਸੇ, ਦੂਰੋਂ ਨੇੜਿਓਂ ਹਰ ਕੋਈ ਰਿਸ਼ਤੇਦਾਰ ਦਿਸੇ। ਇੰਨੀ ਉਹਨਾਂ ਦੀ ਵੰਨ-ਸੁਵੰਨਤਾ ਕਵਿਤਾ ਦੀ। ਅਤੇ ਮੈਂ ਗੁਜ਼ਾਰਿਸ਼ ਕਰਾਂਗਾ ਮੋਹਨ ਸਿੰਘ ਗਿੱਲ ਜੀ ਨੂੰ, ਉਹ ਆਉਣਗੇ, ਵਿਚਾਰ ਸਾਂਝੇ ਕਰਨਗੇ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਬਾਅਦ ਦੇ ਵਿੱਚ ਭੁੱਲ ਜਾਂਦਾ ਹੁੰਦਾ, ਮੈਂ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਦਾ ਫੋਨ ਆਇਆ ਸੀ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਬੈਂਸ ਸਾਹਿਬ ਨੂੰ ਯਾਦ ਕਰਨ ਲਈ ਕਿਹਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਸ ਦੇ ਨਾਲ ਹੀ ਬੈਂਸ ਸਾਹਿਬ ਨਾਲ ਮੇਰਾ ਪਰਸਨਲ ਔਰ ਸਾਡੀ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਬੜਾ ਲੰਬਾ ਰਿਸ਼ਤਾ ਹੈ। ਉਹ ਜਦੋਂ ਵੀ ਉਸ ਸਮੇਂ ਦੇ ਵਿੱਚ ਬਾਰਡਰ ਕ੍ਰੋਸ ਕਰਦੇ ਸੀ ਤਾਂ ਉਹਨਾਂ ਦਾ ਉਸ ਵੇਲੇ ਫੋਨ ਆ ਜਾਂਦਾ ਸੀ। ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਗਿਆ, ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਸੀ ਜਦੋਂ ਉਹ ਅਮਰੀਕਾ ਤੋਂ ਕੈਨੇਡਾ ਆਉਣ ਤਾਂ ਉਸ ਸਮੇਂ ਦੇ ਵਿੱਚ ਆਉਂਦੇ ਸੀ ਜਦੋਂ ਕਦੇ ਕੋਈ ਮੀਟਿੰਗ ਨੇੜੇ ਤੇੜੇ ਹੁੰਦੀ ਸੀ। ਇੰਨਾ ਸਾਹਿਤ ਪ੍ਰਤੀ ਉਹਨਾਂ ਦਾ ਪ੍ਰੇਮ ਸੀਗਾ। ਦੂਸਰੀ ਗੱਲ, ਮੈਂ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗਾ ਜਿਹੜੀਆਂ ਨਹੀਂ ਕਰੀਆਂ ਗਈਆਂ ਹਾਲੇ ਤੱਕ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਉਹ ਸਰਪ੍ਰਸਤ ਸੀਗੇ, ਉਸ ਦੇ ਨਾਲ ਨਾਲ ਉਹਨਾਂ ਦੇ ਬੇਟੇ ਵੀ ਉਹਦੇ ਸਰਪ੍ਰਸਤ ਬਣੇ। ਜਦੋਂ ਪੰਜਾਬੀ ਸਾਹਿਤ ਅਕਾਡਮੀ ਨੇ ਬੈਂਸ ਸਾਹਿਬ ਨੂੰ ਬੇਨਤੀ ਕੀਤੀ ਕਿ ਸਰਦਾਰ ਪੰਛੀ ਹੋਰਾਂ ਦੀਆਂ ਕੁਝ ਪੁਸਤਕਾਂ ਨੇ ਜਿਹੜੀਆਂ ਛਪਵਾਉਣ ਵਾਲੀਆਂ ਨੇ, ਤਾਂ ਬੈਂਸ ਸਾਹਿਬ ਨੇ ਕਿਹਾ ਵੀ ਇਹ ਛਪਵਾਓ। ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਖਰਚ ਮੈਂ ਆਪਣੀ ਜੇਬ ਦੇ ਵਿੱਚੋਂ ਔਰ ਇਹਨਾਂ ਨੇ ਦਿੱਤਾ। ਉਸ ਦੇ ਨਾਲ ਨਾਲ ਹੀ ਉਹ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਵੀ ਵਿਅਕਤੀਗਤ ਤੌਰ 'ਤੇ ਜਦੋਂ ਕੋਈ ਵਿਅਕਤੀ ਉਹਨਾਂ ਨੂੰ ਮਿਲਦਾ ਸੀ ਐਂ ਲੱਗਦੇ ਸੀ ਵੀ ਬੜੇ ਕੱਟੜ ਸਿੱਖ ਨੇ। ਜਦੋਂ ਉਹਨਾਂ ਦੀ ਤੁਸੀਂ ਬੁੱਕਲ ਦੇ ਵਿੱਚ ਬਹਿੰਦੇ ਸੀਗੇ ਤਾਂ ਫਿਰ ਤੁਹਾਨੂੰ ਇਹ ਪਤਾ ਲੱਗਦਾ ਸੀ ਵੀ ਉਹ ਕਿੰਨੇ ਓਪਨ ਨੇ। ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਗਿਆ ਵੀ ਉਹ ਕਿੰਨੇ ਮਜ਼ਾਕੀਏ ਸੀਗੇ।
ਮੈਂ ਜਿਹੜੀ ਵਿੱਟ ਦੇ ਤੌਰ ਤੇ ਮੇਰੇ ਦੋ ਇਨਸਾਨ ਜਿਹੜੇ ਸਭ ਤੋਂ ਜ਼ਿਆਦਾ ਯਾਦ ਆਉਂਦੇ ਨੇ, ਗੁਰਚਰਨ ਰਾਮਪੁਰੀ ਤੇ ਸਰਦਾਰ ਹਰਭਜਨ ਸਿੰਘ ਬੈਂਸ। ਇਹ ਐਸੀ ਗੱਲ ਸਮੇਂ ਸਿਰ ਮਾਰਦੇ ਸੀ ਕਿ ਤੁਸੀਂ ਚਕਾਚੌਂਧ ਹੋ ਜਾਂਦੇ ਸੀ। ਕਈ ਵਾਰ ਉਹਨਾਂ ਕੋਲ ਐਕਸਪੈਕਟ ਨਹੀਂ ਸੀ ਕਰਦੇ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਸਰੂਪ ਸੀਗਾ। ਦੂਸਰੀ ਗੱਲ, ਕਿਹਾ ਗਿਆ ਕਿ ਉਹਨਾਂ ਨੂੰ ਅੱਜ ਤੱਕ ਕੋਈ ਸਰਕਾਰੀ ਪੱਧਰ ਦੇ ਉੱਤੇ ਕੋਈ ਅਵਾਰਡ ਨਹੀਂ ਮਿਲ ਸਕਿਆ। ਮੈਂ ਅੱਜ ਹੀ ਗੱਲ ਕਰ ਰਿਹਾ ਸੀ ਜਸਕਰਨ ਹੋਰਾਂ ਨਾਲ, ਅਤੇ ਮੈਂ ਕਿਹਾ ਵੀ ਬੈਂਸ ਸਾਹਿਬ ਦਾ ਪ੍ਰੋਗਰਾਮ ਆ। ਉਹ ਮੈਨੂੰ ਕਹਿੰਦੇ ਵੀ ਨਹੀਂ ਮੈਂ ਜਾਣਦਾ ਨਹੀਂ, ਚੇਤੇ 'ਚ ਨਹੀਂ ਕੁਛ ਰਿਹਾ। ਉਸ ਵੇਲੇ ਜਦੋਂ ਮੈਂ ਉਹਨਾਂ ਨੂੰ ਫਿਰ ਦੱਸਿਆ ਤੇਰੇ ਜਾਣ ਮਗਰੋਂ ਗਜ਼ਲ ਦੀ ਜਦੋਂ ਗੱਲ ਕੀਤੀ, ਉਹ ਕਹਿੰਦੇ ਇਹ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਸੁਣੀ ਹੋਈ ਆ, ਇਹਦਾ ਤਾਂ ਮੈਂ ਕਾਇਲ ਹਾਂ। ਹੁਣ ਇੱਥੇ ਜਿਹੜੀ ਗੱਲ ਕੀ ਆਉਂਦੀ ਆ ਉਹ ਇਹ ਆ ਵੀ ਤੁਹਾਨੂੰ ਸਰਕਾਰੀ ਦਰਬਾਰੇ ਇਨਾਮ ਚਾਹੀਦੇ ਨੇ ਜਾਂ ਤੁਹਾਡੀਆਂ 17 ਆਮ ਵਿਅਕਤੀ ਦੇ ਜਵਾਨ 'ਤੇ ਚੜ੍ਹੀਆਂ ਹੋਈਆਂ ਹੋਣ। ਸੋ ਮੇਰਾ ਖਿਆਲ ਆ ਇਸ ਤੋਂ ਵੱਡਾ ਅਵਾਰਡ ਕੋਈ ਨਹੀਂ ਕਿ ਇੱਕ ਵਿਅਕਤੀ ਉਹਨਾਂ ਦੇ ਨਾਂ ਨੂੰ ਨਹੀਂ ਜਾਣਦਾ ਪਰ ਉਹਨਾਂ ਦੀ ਰਚਨਾ ਉਹਦੇ ਮੂੰਹ ਜਵਾਨੀ ਯਾਦ ਆ। ਇਹ ਸਭ ਤੋਂ ਵੱਡਾ ਸਤਿਕਾਰ ਆ ਉਹਨਾਂ ਦਾ। ਦੂਸਰਾ ਪੱਖ, ਅਸੀਂ ਜੋ ਆਇਆ ਸੋ ਚੱਲ ਸੀ, ਗੁਰਬਾਣੀ ਵੀ ਕਹਿੰਦੀ ਆ ਹਰ ਵਿਅਕਤੀ ਜਾਣਦਾ ਵੀ ਅਸੀਂ ਸਭ ਵੀ ਜਾਣ ਵਾਲੇ ਹਾਂ ਸਮਾਉਣ 'ਤੇ। ਬੈਂਸ ਸਾਹਿਬ ਬੜੀ ਕਮਾਲ ਦੀ ਜ਼ਿੰਦਗੀ ਜਿਉਂ ਕੇ ਬੜਾ ਕਮਾਲ ਦਾ ਸਾਹਿਤ ਰਚ ਕੇ ਸਾਡੇ ਵਿੱਚੋਂ ਗਏ ਨੇ। ਅੱਜ ਮੈਂ ਪਰਸਨਲ ਤੌਰ 'ਤੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਕਿ ਆਪਾਂ ਉਹਨਾਂ ਦੀ ਇਸ ਮਹਿਫਲ ਨੂੰ ਸੋਗਮਈ ਨਾ ਬਣਾਈਏ। ਅਸੀਂ ਉਹਨਾਂ ਦੇ ਜਿਹੜਾ ਜੀਵਨ ਜਿਉਂ ਕੇ ਗਏ ਨੇ, ਜੋ ਸਾਹਿਤ ਰਚ ਕੇ ਗਏ ਨੇ, ਉਸ ਦਾ ਜਸ਼ਨ ਮਨਾਈਏ, ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੀ ਆਪਣੇ ਜੀਵਨ ਦੇ ਵਿੱਚ ਢਾਲੀਏ ਔਰ ਉਹਨਾਂ ਦੇ ਜੀਵਨ ਤੋਂ ਸੇਧ ਲਈਏ, ਕਿਉਂਕਿ ਉਹਨਾਂ ਦੀ ਲਿਖਤ ਅਤੇ ਉਹਨਾਂ ਦਾ ਜਿਹੜਾ ਜੀਵਨ ਉਹ ਵੱਖ ਨਹੀਂ ਸੀ। ਆਮ ਤੌਰ 'ਤੇ ਜਦੋਂ ਅਸੀਂ ਲੇਖਕਾਂ ਨੂੰ ਮਿਲਦੇ ਹਾਂ ਉਹ ਕਹਿੰਦੇ ਲਿਖਦੇ ਕੁਛ ਹੋਰ ਨੇ, ਪਰ ਉਹਨਾਂ ਦਾ ਜਿਹੜਾ ਆਪਣਾ ਜੀਵਨ ਕਿਸੇ ਹੋਰ ਪਾਸੇ ਤੁਰਿਆ ਜਾ ਰਿਹਾ ਹੁੰਦਾ। ਸੋ ਅੱਜ ਇਸ ਸਮੇਂ ਦੇ ਉੱਤੇ ਮੈਂ ਬੈਂਸ ਸਾਹਿਬ ਨੂੰ ਯਾਦ ਕਰਦਾ ਹੋਇਆ ਇਹ ਸੁਭਾਗ ਸਮਝਦਾ ਕਿ ਮੈਨੂੰ ਕੁਛ ਆਪਣੇ ਹਾਵ ਭਾਵ ਪ੍ਰਗਟ ਕਰਨ ਦਾ ਮੌਕਾ ਮਿਲਿਆ। ਮੈਂ ਖੁਦ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ, ਵੈਨਕੂਵਰ ਵਿਚਾਰ ਮੰਚ ਵੱਲੋਂ ਅਤੇ ਕਲਾ ਸੇ ਅੰਗ ਸੰਗ ਵੱਲੋਂ ਉਹਨਾਂ ਨੂੰ ਸੀਸ ਝੁਕਾਉਣਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਮਿਹਰਬਾਨੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।